ਦਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਦ ਨਿਖੇਦ ਹਮਰੈ ਕਛ ਨਾਹੀ, ਸਮੋ ਬਿਤਾਵਹਿ ਬੈਠਹਿ ਜਾਹੀ। ਸੁਨ ਹਰਖੇ ਨਰ ਉਰ ਸਮੁਦਾਈ, ਕਹਿ ਕਰ ਸਤਿਗੁਰ ਲੀਏ ਉਠਾਈ। ਬਿਦ ਨਿਖੇਦ ਹਮਰੈ ਕਛ ਨਾਹੀ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ।
ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਓ ਸਾਰੇ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸੱਚੇ ਪਾਤਸ਼ਾਹ ਮਹਾਰਾਜ ਦੋਖਾਂ ਦੇ ਨਾਸ ਕਰਨ ਵਾਲੇ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਰੂਪ ਵਿੱਚ ਹਨ, ਬਾਬਾ ਅਮਰਦਾਸ ਜੀ ਸੇਵਕ ਰੂਪ ਵਿੱਚ ਹਨ। ਇਹ ਪ੍ਰਸੰਗ ਜਿਹੜੇ ਆ ਉਹ ਚੱਲ ਰਹੇ ਹਨ। ਆਪ ਜੀ ਨੇ ਸਰਵਣ ਕੀਤਾ ਕਿਸ ਤਰੀਕੇ ਦੇ ਨਾਲ ਤਪੇ ਨੇ ਈਰਖਾ ਕੀਤੀ ਤੇ ਈਰਖਾਲੂ ਤਪੇ ਦਾ ਨਾਸ਼ ਹੋਇਆ ਜੀ। ਈਰਖਾ ਜਿਹੜੀ ਹੈ ਨਾ ਇਹ ਬੰਦੇ ਨੂੰ ਅੰਦਰੋਂ ਅੰਦਰ ਸਾੜਦੀ ਰਹਿੰਦੀ ਜੀ। ਬੰਦਾ ਦੁਖੀ ਰਹਿੰਦਾ ਜੀ ਈਰਖਾ ਕਰਕੇ ਜੀ, ਬਹੁਤ ਦੁਖੀ ਰਹਿੰਦਾ। ਜਿਵੇਂ ਤਿੱਲੀ ਹੈ, ਤਿੱਲੀ ਮਾਚਿਸ ਦੀ ਤਿੱਲੀ, ਉਹ ਪਹਿਲਾਂ ਆਪ ਸੜਦੀ ਹੈ ਫਿਰ ਕਿਸੇ ਚੀਜ਼ ਨੂੰ ਸਾੜਦੀ ਹੈ। ਈਰਖਾਲੂ ਬੰਦਾ ਆਪ ਸੜਦਾ ਜੀ, ਫਿਰ ਸੰਗਤ ਵੀ ਉਹ ਦੂਜੇ ਨੂੰ ਸਾੜਦਾ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉੱਤੇ ਅਸਰ ਨਹੀਂ ਪਾ ਸਕਿਆ ਕਿਸੇ ਚੀਜ਼ ਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬਾਬਾ ਅਮਰਦਾਸ ਜੀ ਆਏ। ਮਹਾਰਾਜ ਗਰੀਬ ਨਵਾਜ ਜੀ ਨੇ ਨਾ ਜੀ ਮੁੱਖ ਫੇਰ ਲਿਆ ਜੀ। ਜਿਸ ਪਾਸੇ ਨੂੰ ਮੁੱਖ ਕਰਕੇ ਆਉਣ ਬਾਬਾ ਅਮਰਦਾਸ ਜੀ ਉਸੇ ਪਾਸੇ ਨੂੰ ਮੁੱਖ ਕਰ ਲੈਣ। ਅਖੀਰ ਬੇਨਤੀ ਕੀਤੀ ਮਹਾਰਾਜ ਮੇਰੇ ਕੋਲ ਜਿਹੜੀ ਭੁੱਲ ਹੋਈ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ। ਮਹਾਰਾਜ ਕਹਿੰਦੇ ਭਾਣੇ ਵਿੱਚ ਦਖਲ ਨਹੀਂ ਦੇਣਾ, ਕਰਾਮਾਤ ਨਹੀਂ ਵਿਖਾਉਣੀ। ਕਹਿਣ ਲੱਗੇ ਇਹ ਵਾਹਿਗੁਰੂ ਨੇ ਆਪੇ ਹੀ ਉਹਦਾ ਹਿਸਾਬ ਕਿਤਾਬ ਕਰ ਲੈਣਾ ਸੀ। ਤੁਸੀਂ ਕਿਉਂ ਕਰਾਮਾਤ ਵਿਖਾਈ? ਸਾਰੀਆਂ ਚੀਜ਼ਾਂ ਨੂੰ ਜਰ ਕੇ ਰੱਖਣਾ ਹੈ। ਸੰਗਤ ਜੀ ਜਰਨਾ ਬੜੀ ਵੱਡੀ ਗੱਲ 'ਚ, ਆਮ ਕਿਤੇ ਛੋਟੀ ਮੋਟੀ ਗੱਲ ਹੋ ਜੇ ਉਹੋ ਹੀ ਨਹੀਂ ਬੰਦੇ ਕੋਲੋਂ ਜਰੀ ਜਾਂਦੀ ਤੇ ਰੱਬੀ ਤਾਕਤਾਂ ਨੂੰ ਕਿਵੇਂ ਬੰਦਾ ਜਰੇਗਾ ਜੀ। ਛੋਟੀ ਮੋਟੀ ਗੱਲ ਹੋ ਜੇ ਕਿਸੇ ਦੀ, ਆਪਾਂ ਸਮਾਜ ਵਿੱਚ ਰਹਿੰਦੇ ਹਾਂ ਕੋਈ ਗੱਲ ਸੁਣ ਦਈਏ, ਜਿੰਨਾ ਚਿਰ ਤੱਕ ਅਗਲੇ ਹੋਰ 4-5 ਜਣਿਆਂ ਨੂੰ ਦੱਸ ਨਹੀਂ ਦਿੰਦੇ ਉਹਨਾਂ ਚਿਰ ਤੱਕ ਸੁੱਖ ਨਹੀਂ ਮਿਲਦਾ ਜੀ ਕਈਆਂ ਨੂੰ। ਆਮ ਗੱਲਾਂ ਹੀ ਜਰਨੀਆਂ ਬੜੀਆਂ ਔਖੀਆਂ ਤੇ ਰੱਬੀ ਤਾਕਤਾਂ ਨੂੰ ਜਰਨਾ ਤੇ ਹੋਰ ਬੜੀ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਜਰ ਜਾਣਾ ਸਾਰਾ ਕੁਝ। ਬਾਬਾ ਅਮਰਦਾਸ ਜੀ ਮਹਾਰਾਜ ਦੇ ਚਰਨਾਂ 'ਚ ਪੈ ਗਏ, ਮੁਆਫੀ ਮੰਗੀ, ਮਹਾਰਾਜ ਨੇ ਬਖਸ਼ ਲਿਆ ਜੀ। ਉਧਰੋਂ ਤੁਸੀਂ ਸੁਣਿਆ ਖਡੂਰ ਸਾਹਿਬ ਦੇ ਕਿਸਾਨ ਜਿਹੜੇ ਸਨ ਉਹਨਾਂ ਵਿਚਾਰ ਕੀਤੀ ਵੀ ਸਾਡੇ ਕੋਲ ਬੜੀ ਭੁੱਲ ਹੋ ਗਈ ਹੈ। ਜਿਨ੍ਹਾਂ ਦੇ ਸੇਵਕਾਂ ਵਿੱਚ ਇੰਨੀਆਂ ਤਾਕਤਾਂ ਨੇ ਉਹ ਆਪ ਕਿੰਨੀ ਵੱਡੀ ਸਮਰੱਥਾ ਦੇ ਮਾਲਕ ਹੋਣਗੇ। ਇਹ ਵਿਚਾਰ ਕਰਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਮੁਆਫੀ ਮੰਗਣ ਵਾਸਤੇ ਪਹੁੰਚੇ। ਗੱਜ ਕੇ ਆਖੋ ਵਾਹਿਗੁਰੂ। ਬਸ ਹੋਏ ਨਿਮਾਣਾ ਢਹਿ ਪਵੈ, ਦਰਗਹਿ ਮਾਣ ਨਿਮਾਣਾ ਪਾਵੈ। ਨਿਮਾਣਾ ਹੋ ਕੇ ਬੰਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਵੇ, ਇਸ ਸੰਸਾਰ ਦੀ ਤੇ ਛੱਡੋ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਪਿੰਡ ਵਾਲਿਆਂ ਨੂੰ ਆਖਿਆ ਵੀ ਅਸੀਂ ਤੇ ਤੁਹਾਡਾ ਭਲਾ ਚਾਹੁੰਦੇ ਸਾਂ, ਤੁਸੀਂ ਕਿਹਾ ਚਲੇ ਜਾਓ, ਅਸੀਂ ਚਲੇ ਗਏ ਹਾਂ। ਬਾਕੀ ਸਾਡੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੈਗਾ, ਭਾਵੇਂ ਕੋਈ ਚੰਗਾ ਬੋਲੀ ਜਾਵੇ ਤੇ ਭਾਵੇਂ ਕੋਈ ਬੁਰਾ ਬੋਲੀ ਜਾਵੇ ਜੀ। ਸੰਗਤ ਜੀ ਬਚਨ ਕਰਨ ਨੂੰ ਤੇ ਬੜਾ ਜੀ ਕਰਦਾ ਹੈ, ਪਰ ਮਹਾਰਾਜ ਜੀ ਦੀ ਅੱਗੋਂ ਆਪਾਂ ਕਥਾ ਤੋਰਨੀ ਹੈ। ਇੱਕ ਗੱਲ ਦਾ ਚੇਤਾ ਰੱਖਿਓ, ਇਹ ਪੂਰਨ ਪੁਰਸ਼ਾਂ ਦੀ ਨਿਸ਼ਾਨੀ 'ਚ ਭਗਤੀ ਵਾਲਿਆਂ ਦੀ ਨਿਸ਼ਾਨੀ ਹੈ। ਬਿਨਾਂ ਭਗਤੀ ਤੋਂ ਇਹ ਖੇਡਾਂ ਨਹੀਂ 'ਚ ਬਣਦੀਆਂ ਜੀ। ਕਿੱਥੋਂ ਇੰਨੀ ਜਰਨ ਸ਼ਕਤੀ ਬੰਦੇ ਵਿੱਚ ਆਉਂਦੀ ਹੈ। ਸੋ ਅਸੀਂ ਵੀ ਵੇਖੀਏ ਇੰਨੇ ਸਾਲ ਹੋ ਗਏ ਸਾਨੂੰ ਲੱਗਿਆਂ ਨੂੰ, ਸਾਡੀ ਅਵਸਥਾ ਕਿੱਥੋਂ ਕੁ ਤੱਕ ਪਹੁੰਚੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿੰਡ ਦੇ ਲੋਕ ਕਹਿਣ ਲੱਗੇ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਤੇ ਖਡੂਰ ਸਾਹਿਬ ਚੱਲੋ। ਮਹਾਰਾਜ ਕਹਿੰਦੇ ਸਾਡੇ ਮਨ ਤੇ ਕੋਈ ਅਸਰ ਨਹੀਂ ਹੈਗਾ, ਸਾਡੇ ਲਈ ਵੀ ਖਡੂਰ ਹੀ ਹੈ। ਮਹਾਰਾਜ ਕਹਿੰਦੇ ਬਾਕੀ ਮਹਾਰਾਜ ਕਹਿੰਦੇ ਇੱਥੇ ਰੱਖ ਲਓ ਉੱਥੇ ਰੱਖ ਲਓ, ਅਸੀਂ ਤੇ ਬੈਠੇ ਰਹਿਣਾ। ਮਹਾਰਾਜ ਕਹਿੰਦੇ ਰੱਬ ਦੀ ਯਾਦ ਵਿੱਚ। ਸੋ ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰੋ। ਖਡੂਰ ਸਾਹਿਬ ਦੇ ਕਿਸਾਨ ਜਿਨ੍ਹਾਂ ਨੇ ਬੇਅਦਬੀ ਕੀਤੀ ਹੁਣ ਮਾਫੀ ਮੰਗ ਰਹੇ ਹੈ, ਮਹਾਰਾਜ ਨੂੰ ਬੇਨਤੀ ਕਰ ਰਹੇ ਹੈ। ਗੁਰੂ ਕੀ ਸੰਗਤ ਵਿੱਚ ਜਿੱਥੇ ਮਹਾਰਾਜ ਆਪ ਸੱਜੇ ਹੋਏ ਹੈ, ਬਾਬਾ ਬੁੱਢਾ ਜੀ, ਬਾਬਾ ਅਮਰਦਾਸ ਸਾਹਿਬ ਜੀ, ਭਾਈ ਜੀਵਾ ਜੀ, ਹੋਰ ਬੜੇ ਬੜੇ ਮਹਾਨ
ਕਰਨੀ ਵਾਲੇ ਸਿੱਖ ਵੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਆ। ਅੱਗੋਂ ਹੁਣ ਆਪਾਂ ਕਥਾ ਸਰਵਣ ਕਰੀਏ। ਸਾਰੀਆਂ ਸੰਗਤਾਂ ਕਹੋ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਿਦ ਨਿਖੇਦ ਹਮਰੇ ਕਛ ਨਾਹੀ, ਸਮੋ ਬਿਤਾਵਹਿ ਬੈਠਹਿ ਜਾਹੀ। ਪਿੰਡ ਵਾਲੇ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸਤਿਗੁਰੂ ਹੁਣ ਮਹਾਰਾਜ ਨਗਰ ਵਿੱਚ ਜਾਣਾ, ਆਗਿਆ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਇਹ ਗੱਲਾਂ ਸਾਡੇ ਮਨ ਵਿੱਚ ਨਹੀਂ ਹੈਗੀਆਂ, ਸਾਨੂੰ ਤੇ ਜਿੱਥੇ ਗੁਰੂ ਦੀਆਂ ਸੰਗਤਾਂ ਬਿਠਾ ਦੇਣਗੀਆਂ ਮਹਾਰਾਜ ਕਹਿੰਦੇ ਅਸੀਂ ਤੇ ਉੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪ ਕੇ ਸਮਾਂ ਸਫਲਾ ਕਰਨਾ। ਹਾਂਜੀ। ਸੁਨ ਹਰਖੇ ਨਰ ਉਰ ਸਮਦਾਈ, ਕਹਿ ਕਰ ਸਤਿਗੁਰ ਲੀਏ ਉਠਾਈ। ਉਹਨਾਂ ਵੇਖਿਆ ਪਿੰਡ ਦਿਆਂ ਲੋਕਾਂ ਜਦੋਂ ਸੁਣਿਆ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਆਗਿਆ ਦੇ ਦਿੱਤੀ ਹੈ ਤੇ ਸਾਧ ਸੰਗਤ ਉਹ ਲੋਕ ਬੜੇ ਖੁਸ਼ ਹੋਏ ਜੀ। ਤੇ ਮਹਾਰਾਜ ਨਾ ਪਲੰਗੇ ਤੇ ਬੈਠੇ ਸਨ ਤੇ ਪਿੰਡ ਵਾਲੇ ਲੋਕਾਂ ਨੇ ਚਾਅ ਵਿੱਚ ਆ ਕੇ ਨਾ ਚਾਅ ਵਿੱਚ ਤੇ ਪਲੰਗਾ ਆਪਣੇ ਮੋਢਿਆਂ ਤੇ ਚੁੱਕ ਲਿਆ ਜੀ ਸਾਰਿਆਂ ਨੇ। ਹਾਂਜੀ। ਸਿੱਖਿਅਨ ਸਿਰ ਪਰਯੰਕ ਉਚਵਾਏ, ਅਪਰ ਵਸਤ ਕਛ ਲੈ ਗਮਨਾਏ। ਕੁਝ ਸੰਗਤ ਦੀ ਪਲੰਗੇ ਦੇ ਹੇਠਾਂ ਲੱਗ ਗਏ ਜੀ। ਹਾਂਜੀ। ਤੇ ਪਲੰਗਾ ਚੁੱਕ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਪਲੰਗੇ ਉੱਤੇ ਬੈਠੇ ਤੇ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਜਾ ਰਹੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਜਾ ਰਹੇ। ਹੋਰ ਜਿਹੜੀਆਂ ਵਸਤੂਆਂ ਸਨ ਸਾਰਿਆਂ ਨੇ ਫੜ ਲਈਆਂ, ਬੜੀਆਂ ਸੰਗਤਾਂ ਨਾਲ ਸਨ। ਪਲੰਗੇ ਉੱਤੇ ਬੈਠੇ ਸੱਚੇ ਪਾਤਸ਼ਾਹ ਚਾਲਾ ਪਾ ਦਿੱਤਾ ਜੀ ਖਡੂਰ ਸਾਹਿਬ ਨੂੰ। ਹਾਂਜੀ। ਸ੍ਰੀ ਅੰਗਦ ਕੇ ਸੰਗ ਸਿਧਾਰੇ, ਸਿੱਖਨ ਜਾਟ ਸਗਲੇ ਪਰਵਾਰੇ। ਸਿੱਖ ਕਿਸਾਨ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਲੰਗੇ ਦੇ ਪਿੱਛੇ ਪਿੱਛੇ ਜਾ ਰਹੇ ਹੈ ਜੀ। ਪਲੰਗਾ ਉੱਪਰ ਚੁੱਕਿਆ, ਮਹਾਰਾਜ ਸੱਚੇ ਪਾਤਸ਼ਾਹ ਉੱਪਰ ਬੈਠੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਬਾਕੀ ਸਭ ਪਿੱਛੇ ਪਿੱਛੇ ਜਾ ਰਹੇ ਜੀ। ਹਾਂਜੀ। ਮਾਰਗ ਚੱਲੇ ਆਏ ਗੁਰ ਸੁਆਮੀ, ਹੌਲੀ ਹੌਲੀ ਸੱਚੇ ਪਾਤਸ਼ਾਹ ਗਰੀਬ ਨਵਾਜ ਰਸਤੇ ਤੁਰੇ ਜਾ ਰਹੇ ਹੈ। ਪਲੰਗਾ ਉਠਾਇਆ ਗੁਰੂ ਕੇ ਸਿੱਖਾਂ ਨੇ। ਹਾਂਜੀ। ਸਮਚਿਤ ਆਨੰਦ ਅੰਤਰ ਜਾਮੀ। ਵੇਖ ਲਓ ਮਹਾਰਾਜ ਪਲੰਗੇ ਦੇ ਉੱਪਰ ਬੈਠੇ ਆ ਤੇ ਜਾ ਰਹੇ ਆ ਤੇ ਮਹਾਰਾਜ ਇੱਕ ਰਸ ਬੈਠੇ ਜੀ, ਕੋਈ ਚੰਚਲਤਾ ਨਹੀਂ ਜੀ। ਧਾਰਮਿਕ ਪੁਰਸ਼ ਦਾ ਧਿਆਨ ਆਪਣੀਆਂ ਫੋਟੋਆਂ ਖਿਚਾਉਣ 'ਚ ਹੋਵੇ ਜੀ, ਧਾਰਮਿਕ ਪੁਰਸ਼ ਦਾ ਧਿਆਨ ਆਪਣੀ ਚੰਚਲਤਾ ਵਿੱਚ ਹੋਵੇ, ਉਹ ਧਾਰਮਿਕ ਕਿਵੇਂ, ਉਹ ਟਿਕਿਆ ਨਹੀਂ ਹੈਗਾ ਜੀ। ਫਿਰ ਮਹਾਰਾਜ ਇੱਕ ਰਸ ਬੈਠੇ ਸੱਚੇ ਪਾਤਸ਼ਾਹ। ਹਾਂਜੀ। ਪੰਥ ਬਿਖੈ ਭੈਰੋਪੁਰ ਗ੍ਰਾਮੂ। ਤੇ ਰਸਤੇ ਵਿੱਚ ਨਾ ਇੱਕ ਪਿੰਡ ਆਇਆ। ਗੱਜ ਕੇ ਆਖੋ ਵਾਹਿਗੁਰੂ। ਉਸ ਪਿੰਡ ਦਾ ਨਾਮ ਹੈ ਭੈਰੋਪੁਰ। ਮਹਾਰਾਜ ਜਾ ਰਹੇ ਆ, ਸਿੱਖ ਸੰਗਤਾਂ ਨਾਲ ਜਾ ਰਹੀਆਂ ਤੇ ਭੈਰੋਪੁਰ ਪਹੁੰਚੇ ਸੱਚੇ ਪਾਤਸ਼ਾਹ। ਹਾਂਜੀ। ਖੀਓ ਭੱਲੇ ਕੋ ਤਹਿ ਧਾਮੂ। ਤੇ ਉੱਥੇ ਇੱਕ ਸਿੱਖ ਹੈ ਜਿਹਦਾ ਨਾਮ ਸੀਗਾ ਭਾਈ ਖੀਓ ਭੱਲਾ ਜੀ। ਭਾਈ ਖੀਓ ਭੱਲਾ ਜੀ। ਅੱਜ ਉਸ ਪਿੰਡ ਦਾ ਨਾਮ ਭਰੋਵਾਲ ਹੈ ਜੀ। ਹਾਂਜੀ। ਸੁਨ ਆਗਨ ਸਤਿਗੁਰੂ ਕੇਰਾ। ਭਾਈ ਖੀਓ ਭੱਲੇ ਨੇ ਸਰਵਣ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਇੱਧਰੋਂ ਲੰਘ ਰਹੇ ਐ ਤੇ ਗੁਰੂ ਸਾਹਿਬ ਨਾਲ ਸੰਗਤਾਂ ਵੀ ਨੇ। ਤੇ ਜਦੋਂ ਭਾਈ ਖੀਓ ਜੀ ਨੇ ਇਹ ਸਰਵਣ ਕੀਤਾ, ਹਾਂਜੀ, ਮਿਲਿਓ ਆਨ ਕਰ ਭਾਉ ਕਨੇਰਾ। ਤੇ ਬਸ ਫਿਰ ਸਿੱਖ ਕੋ ਕਿਵੇਂ ਰਿਹਾ ਜਾ ਸਕਦਾ ਸੀਗਾ। ਭਾਈ ਖੀਓ ਭੱਲਾ ਜੀ ਜਿੱਥੇ ਵੀ ਸਨ ਨਾ ਬਸ ਉੱਥੇ ਉਸੇ ਵੇਲੇ ਤੁਰ ਕੇ ਉੱਥੇ ਪਹੁੰਚ ਗਏ ਜਿੱਧਰੋਂ ਮਹਾਰਾਜ ਨੇ ਲੰਘਣਾ ਸੀਗਾ ਜੀ। ਪਹਿਲਾਂ ਜਾ ਕੇ ਖਲੋ ਗਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਆਉਂਦਿਆਂ ਵੇਖਿਆ, ਬੇਨਤੀ ਕਰਕੇ ਪਲੰਗਾ ਹੇਠਾਂ ਉਤਰਵਾਇਆ ਜੀ। ਬੜੇ ਹੀ ਸਤਿਕਾਰ ਨਾਲ ਭਾਈ ਖੀਓ ਭੱਲਾ ਜੀ ਨੇ ਲੰਮੇ ਪੈ ਕੇ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਨੂੰ।
ਹਾਂਜੀ ਬਹੁ ਬਿਨਤੀ ਜੁਤ ਬੰਦਨ ਕਰੀ ਹਾਂ। ਕਹਿਤ ਭਇਓ ਸਫਲੀ ਏ ਘਰੀ। ਤੇ ਫਿਰ ਹੱਥ ਜੋੜ ਕੇ ਨਾ ਬੇਨਤੀਆਂ ਕਰਨ ਲੱਗੇ, ਮਹਾਰਾਜ ਅੱਜ ਤੇ ਘੜੀ ਸਫਲੀ ਹੈ ਸੱਚੇ ਪਾਤਸ਼ਾਹ, ਅੱਜ ਦੀ ਘੜੀ ਸਫਲੀ ਹੈ, ਸਫਲੀ। ਹਾਂਜੀ। ਟਿਕਹੁ ਆਪ ਮੈਂ ਲਿਆਉ ਆਹਾਰਾ ਅਚਵਹੁ ਕਰਹੁ ਕਰਿਓ ਉਧਾਰਾ। ਹੇ ਮਹਾਰਾਜ ਗਰੀਬ ਨਵਾਜ ਕਿਰਪਾ ਕਰੋ, ਕੁਝ ਸਮਾਂ ਰੁਕੋ, ਮੇਰੀ ਇੱਛਾ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਗੱਜ ਕੇ ਆਖੋ ਵਾਹਿਗੁਰੂ। ਹਰ ਸਿੱਖ ਦੀ ਆਪਣੀ ਆਪਣੀ ਭਾਵਨਾ ਹੁੰਦੀ ਹੈ, ਔਰ ਕਿਸੇ ਦੀ ਭਾਵਨਾ ਨੂੰ ਦੁਰਕਾਰਨਾ ਨਹੀਂ ਚਾਹੀਦਾ ਜੀ। ਮਹਾਰਾਜ ਮੇਰੀ ਭਾਵਨਾ ਹੈ, ਮਹਾਰਾਜ ਮੈਂ ਪ੍ਰਸ਼ਾਦਾ ਛਕਾਉਣਾ, ਮੇਰੀ ਬੇਨਤੀ ਮੰਨ ਕੇ ਮੇਰੇ ਤੇ ਕਿਰਪਾ ਕਰੋ। ਹਾਂਜੀ। ਰਾਓ ਰੰਕ ਕੋ ਪਰਖਤ ਕੋਏ ਨਾ ਸਮਸਰ ਜਾਣਤ ਹੋ ਤੁਮ ਦੋਏ ਨਾ। ਫਿਰ ਮਹਾਰਾਜ ਦੀਆਂ ਸਿਫਤਾਂ ਕਰਦੇ ਭਾਈ ਖੀਓ ਭੱਲਾ ਜੀ, ਕਹਿੰਦੇ ਮਹਾਰਾਜ ਤੁਸੀਂ ਮਹਾਰਾਜ ਗਰੀਬ ਅਮੀਰ ਥੋੜੀ ਵੇਖਦੇ ਹੋ, ਮਹਾਰਾਜ ਤੁਹਾਡੇ ਵਾਸਤੇ ਤੇ ਸਾਰੇ ਬਰਾਬਰ ਨੇ। ਤੇ ਸੰਗਤ ਜੀ ਇਹ ਵੀ ਦਾਸ ਬੇਨਤੀ ਕਰੇ, ਇਹ ਮੌਕਾ ਹੀ ਹੁੰਦਾ ਜੀ। ਹਾਂਜੀ, ਇੱਕ ਮੌਕਾ ਹੁੰਦਾ ਜੀ, ਜਿਹਨੇ ਸੇਵਾ ਦਾ ਸਾਂਭ ਲਿਆ, ਸਾਂਭ ਲਿਆ। ਹਾਂਜੀ। ਭਾਓ ਬਿਲੋਕੋ ਭੋਜਨ ਖਾਤੇ ਲਾਲੋ ਘਰ ਸ਼੍ਰੀ ਨਾਨਕ ਜਾਤੇ। ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੋ, ਤੁਸੀਂ ਆਪ ਗੁਰੂ ਨਾਨਕ ਸਾਹਿਬ ਹੋ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਆਰ ਵੇਖਦੇ ਸੀ, ਤੇ ਪਿਆਰ ਵੇਖ ਕੇ ਪ੍ਰਸ਼ਾਦਾ ਛਕਦੇ ਸੀਗੇ ਜੀ। ਭਾਈ ਲਾਲੋ ਜੀ ਕਿਹੜੇ ਅਮੀਰ ਸਨ, ਤੁਸੀਂ ਲੜੀਵਾਰ ਕਥਾ ਸੁਣੀ ਭਾਈ ਲਾਲੋ ਜੀ ਦਾ ਪ੍ਰਸੰਗ। ਹਾਂਜੀ। ਦਿਜ ਬਾਹਜ ਬੈਸਨ ਕੀ ਤਜ ਕੈ ਸ਼ੂਦਰ ਸਦਨ ਮੈਂ ਅਚਵਤ ਰੱਜ ਕੈ। ਬੜੇ ਬੜੇ ਬ੍ਰਾਹਮਣ ਖੱਤਰੀ ਸਵੈਸ਼ ਛੱਡ ਕੇ, ਜਿੱਥੇ ਤੁਸੀਂ ਸ਼ੂਦਰ ਦਾ ਪਿਆਰ ਵੇਖਿਆ, ਤੁਸੀਂ ਸ਼ੂਦਰ ਘਰ ਚਲੇ ਗਏ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਬੰਦਾ ਭਾਵੇਂ ਫਰਕ ਕਰੇ, ਸਤਿਗੁਰੂ ਨਹੀਂ ਤੇ ਫਰਕ ਕਰਦੇ। ਬੰਦੇ ਦੀ ਸੋਚ ਅਨੁਸਾਰ ਫਰਕ ਹੋ ਸਕਦਾ ਹੈ, ਮਹਾਰਾਜ ਦੀ ਸੋਚ ਦਾ ਫਰਕ ਨਹੀਂ ਹੈਗਾ ਜੀ। ਹਾਂਜੀ। ਹੁਤੀ ਭੀਲਨੀ ਜਾਤ ਸਨਾਤ ਰਾਮਚੰਦਰ ਤਿਸਕੇ ਫਲ ਖਾਤ। ਮਹਾਰਾਜ ਤੁਸੀਂ ਆਪ ਰੱਬ ਦਾ ਅਵਤਾਰ ਹੋ, ਆਪ ਪਰਮੇਸ਼ਰ ਹੋ। ਤੇ ਪਹਿਲੇ ਯੁੱਗਾਂ ਵਿੱਚ ਅਸੀਂ ਸੁਣਦੇ ਸਾਂ, ਪਹਿਲੇ ਯੁੱਗਾਂ ਦੀ ਕਥਾ ਅਸੀਂ ਸੁਣੀ ਹੈ। ਭੀਲਣੀ ਬਹੁਤ ਗਰੀਬ ਤੇ ਨੀਵੀਂ ਜਾਤ ਦੀ ਸੀਗੀ ਜੀ, ਜਿਨ੍ਹਾਂ ਨੂੰ ਲੋਕ ਕਹਿੰਦੇ ਨਾ ਨੀਵੀਂ ਜਾਤ, ਨੀਵੀਂ ਜਾਤ ਦੀ ਸੀ। ਪਰ ਰਾਮਚੰਦਰ ਜੀ ਨੇ ਉਹਦੇ ਘਰ ਵੀ ਗਏ, ਤੇ ਵੱਡੀ ਗੱਲ ਉਹਦੇ ਝੂਠੇ ਬੇਰ ਹੀ ਛਕ ਲਏ ਪਿਆਰ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਉਹ ਚੱਖ ਕੇ ਦਿੰਦੀ ਸੀਗੀ ਸ਼੍ਰੀ ਰਾਮਚੰਦਰ ਜੀ ਨੂੰ, ਤੇ ਫਿਰ ਉਹਦੇ ਝੂਠੇ ਹੀ ਛਕ ਲਏ ਜੀ। ਹਾਂਜੀ। ਇਮ ਕਹੈ ਸਤਿਗੁਰੂ ਗ੍ਰਾਮ ਟਿਕਾਏ ਸਦਨ ਆਹਾਰ ਤਿਆਰ ਕਰਵਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ 7 ਬਚਨ, ਭਾਈ ਖੀਓ ਭੱਲਾ ਤੁਸੀਂ ਕਰਾਓ ਤਿਆਰ ਪ੍ਰਸ਼ਾਦਾ। ਇਹ ਕਹਿ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਨੂੰ ਪਿੰਡ ਦੇ ਬਾਰ-ਬਾਰ ਟਿਕਵਾਇਆ। ਸਿੱਖ ਸੰਗਤਾਂ ਆਉਂਦੀਆਂ ਗਈਆਂ, ਦਰਸ਼ਨ ਕਰਦੀਆਂ ਰਹੀਆਂ, ਤੇ ਭਾਈ ਖੀਓ ਭੱਲਾ ਜੀ ਆਪਣੇ ਘਰ ਤਿਆਰੀ ਕਰਨ ਵਾਸਤੇ ਗਏ ਜੀ। ਹਾਂਜੀ। ਤੂਰਨ ਤਿਆਰੀ ਸਕਲ ਕਰਾਏ। ਫਿਰ ਚਾਅ ਵਾਲਾ ਬੰਦਾ ਆਲਸੀ ਨਹੀਂ ਜੀ ਹੁੰਦਾ ਜੀ। ਹਾਂਜੀ। ਆਪਣੇ ਘਰ ਵਾਲਿਆਂ ਨੂੰ ਆਖਿਆ ਛੇਤੀ ਤਿਆਰੀ ਕਰੋ, ਸਾਡੇ ਘਰ ਸਤਿਗੁਰੂ ਜੀ ਨੇ ਆਉਣਾ, ਛੇਤੀ ਤਿਆਰੀ ਕਰੋ। ਛੇਤੀ ਛੇਤੀ ਸਾਰਾ ਭੋਜਨ ਤਿਆਰ ਕਰਵਾਇਆ। ਹਿਰਦੇ ਭਾਉ ਧਰ ਗੁਰ ਢਿਗ ਆਏ। ਤੇ ਛੇਤੀ ਛੇਤੀ ਭੋਜਨ ਤਿਆਰ ਕਰਾ ਕੇ, ਤੇ ਭਾਈ ਖੀਓ ਭੱਲਾ ਜੀ ਆਪ ਸੱਚੇ ਪਾਤਸ਼ਾਹ ਰੱਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਆਏ ਜੀ। ਹਾਂਜੀ। ਹਾਥ ਜੋੜ ਕਰ ਬਿਨੈ ਬਖਾਨੀ। ਤੇ ਹੱਥ ਜੋੜੇ ਜੀ ਆ ਕੇ ਮਹਾਰਾਜ ਨੂੰ। ਤੁਸੀਂ ਵੀ ਹੱਥ ਜੋੜੋ, ਪ੍ਰੇਮ ਨਾਲ ਕਹੋ ਵਾਹਿਗੁਰੂ ਵਾਹਿਗੁਰੂ। ਵੇਖ ਲਓ, ਗੱਲਬਾਤ ਕਰਨ ਦਾ ਤਰੀਕਾ ਹੋਣਾ ਚਾਹੀਦਾ। ਕਈ ਗੁਰੂ ਸਾਹਿਬ ਦੇ ਸਾਹਮਣੇ ਬਚਨ ਵੀ ਕਰਦੇ, ਕੋਈ ਸਤਿਕਾਰ ਨਹੀਂ ਹੁੰਦਾ ਸਰੀਰ ਵਿੱਚ ਜੀ। ਭਾਈ ਖੀਓ ਭੱਲਾ ਜੀ ਪਿਆਰ ਵਾਲੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਭੋਜਨ ਭਇਓ ਤਿਆਰ ਗੁਣ ਖਾਨੀ। ਹੇ ਮੇਰੇ ਗੁਣਾਂ ਦੀ ਖਾਣ, ਮੇਰੇ ਸੱਚੇ ਪਾਤਸ਼ਾਹ, ਮੇਰੇ ਰੱਬ ਮਹਾਰਾਜ, ਮਹਾਰਾਜ ਭੋਜਨ ਤਿਆਰ ਹੈ ਸੱਚੇ ਪਾਤਸ਼ਾਹ।
ਹਾਂਜੀ। ਪਦ ਅਰਬਿੰਦ ਸਦਨ ਮੁਝ ਪਾਈਏ। ਫਿਰ ਭਾਈ ਖੀਓ ਭੱਲਾ ਜੀ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰੋ ਤੇ ਘਰ ਚਰਨ ਪਾਓ ਸੱਚੇ ਪਾਤਸ਼ਾਹ। ਹਾਂਜੀ। ਸਭ ਸੰਗਤ ਆਪਣੇ ਸੰਗ ਲਿਆਈਏ। ਸਾਰੀਆਂ ਸੰਗਤਾਂ ਵੀ ਨਾਲ ਲੈ ਕੇ ਆਓ, ਭਾਗਾਂ ਵਾਲਾ ਸਿੱਖ ਹੋਏਗਾ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਤੱਖ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਉਹਦੇ ਘਰ ਜਾ ਰਹੇ ਜੀ। ਹਾਂਜੀ। ਆਸਾ ਪੂਰਨ ਕਰੋ ਗੁਸਾਈ। ਹਾਂਜੀ। ਔਚਕ ਆਵਨ ਭਇਓ ਕਦਾਈ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਆਸ ਪੂਰੀ ਕਰੋ। ਕਦੇ ਕਦਾਈ ਤੁਹਾਡਾ ਆਉਣਾ ਹੁੰਦਾ, ਇਹ ਤੇ ਅਚਾਨਕ ਮੇਰੇ ਭਾਗ ਖੁੱਲ ਗਏ, ਮੇਰੇ ਭਾਗ ਖੁੱਲ ਗਏ ਮਹਾਰਾਜ। ਹਾਂਜੀ। ਭਾਓ ਜਾਨ ਤਹਿ ਹਿਰਦੇ ਕਨੇਰੇ। ਚੱਲੇ ਸੰਗ ਜਿਸ ਭਾਗ ਬਡੇਰੇ। ਤੇ ਮਹਾਰਾਜ ਹੁਣ ਕਿਰਪਾ ਕਰੋ, ਮੇਰੇ ਹਿਰਦੇ ਦੀ ਭਾਵਨਾ ਸਮਝੋ ਤੇ ਮੇਰੇ ਨਾਲ ਘਰ ਚੱਲੋ ਮਹਾਰਾਜ। ਘਰ ਚਰਨ ਪਾਓ ਸੱਚੇ ਪਾਤਸ਼ਾਹ। ਸੰਗਤ ਜੀ, ਕਈ ਵਾਰੀ ਜੀਵਾਂ ਦੀ ਕਿਸਮਤ ਵਿੱਚ ਸਾਰੀ ਉਮਰ ਹੀ ਇਹ ਗੱਲ ਨਹੀਂ ਬਣਦੀ ਜੀ ਵੀ ਮਹਾਰਾਜ ਸਾਡੇ ਘਰ ਆਉਣ, ਗੁਰੂ ਸਾਹਿਬ ਦੇ ਚਰਨ ਪਵਾਈਏ, ਸੰਗਤਾਂ ਦੇ ਚਰਨ ਪਵਾਈਏ, ਭੋਜਨ ਪ੍ਰਸ਼ਾਦਾ ਤਿਆਰ ਕਰੀਏ। ਕਈ ਵਾਰੀ ਸਾਰੀ ਜ਼ਿੰਦਗੀ ਨਹੀਂ ਇਹ ਸਮਾਂ ਬਣਦਾ। ਤੇ ਹੋਰ ਸੁਣਿਓ, ਕਈ ਵਿਚਾਰੇ ਜਿਹੜੇ ਬਹੁਤ ਗਰੀਬ ਨੇ ਨਾ, ਮੈਨੂੰ ਮਾਫ ਕਰਿਓ ਕਹਿਣਾ ਪੈ ਰਿਹਾ, ਜਿਹੜੇ ਬਹੁਤ ਗਰੀਬ ਹੁੰਦੇ ਨਾ ਜੀ, ਉਹ ਵਿਚਾਰੇ ਕਈ ਸਾਲ ਤਿਆਰੀਆਂ ਕਰਦੇ ਰਹਿੰਦੇ ਵੀ ਮਹਾਰਾਜ ਨੂੰ ਸੱਦਾਂਗੇ, ਸੰਗਤਾਂ ਨੂੰ ਸੱਦਾਂਗੇ, ਘਰ ਵਿੱਚ ਕਥਾ ਕੀਰਤਨ ਹੋਵੇਗਾ। ਉਹ ਤਿਆਰੀਆਂ ਹੀ ਕਰਦੇ ਰਹਿ ਜਾਂਦੇ ਜੀ। ਤੇ ਅਚਾਨਕ ਹੀ ਮਹਾਰਾਜ ਸੱਚੇ ਪਾਤਸ਼ਾਹ ਆ ਗਏ ਜੀ। ਹਾਂਜੀ। ਜਲ ਛਿੜਕਾਏ ਸੋ ਬਸਤਰ ਵਿਛਾਏ। ਉਪਰ ਚੌਂਕੀ ਚਾਰ ਡਸਾਏ। ਉਦੋਂ ਕੱਚੇ ਘਰ ਹੁੰਦੇ ਸਨ ਜੀ। ਉਹ ਜਲ ਛਿੜਕਾਇਆ ਜੀ, ਉੱਥੇ ਬਸਤਰ ਵਿਛਾਇਆ ਧਰਤੀ ਤੇ, ਫਿਰ ਉੱਤੇ ਮਹਾਰਾਜ ਜੀ ਦੀ ਚੌਂਕੀ ਢਾਈ ਜੀ ਸੋਹਣੀ। ਹਾਂਜੀ। ਤਿਸ ਪਰ ਬਸਤਰ ਬਹੁਤ ਵਿਛਾਵਾ। ਉਹਦੇ ਤੇ ਫਿਰ ਬਸਤਰ ਵਿਛਾਇਆ ਜੀ ਬੜਾ ਸੋਹਣਾ। ਹਾਂਜੀ। ਸ਼੍ਰੀ ਅੰਗਦ ਕੋ ਤਹਾਂ ਬਿਠਾਵਾ। ਤੇ ਬੇਨਤੀ ਕਰਕੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਉੱਥੇ ਬਿਠਾਇਆ। ਗੱਜ ਕੇ ਆਖੋ ਵਾਹਿਗੁਰੂ। ਸਾਡੇ ਘਰ ਵਿੱਚ ਮਹਾਰਾਜ ਆਉਣ, ਕਿਸੇ ਗੱਲ ਦੀ ਕਮੀ ਨਾ ਛੱਡਿਆ ਕਰੋ। ਹਾਂਜੀ। ਥਾਲ ਵਿਸਾਲ ਕਿਰਪਾਲ ਅਗਾਰੀ। ਫਿਰ ਭੋਜਨ ਤਿਆਰ ਸੀ, ਸਿੱਖ ਸੰਗਤਾਂ ਪੰਗਤਾਂ 'ਚ ਬੈਠ ਗਈਆਂ ਤੇ ਵੱਡਾ ਥਾਲਾ ਸਜਾ ਕੇ ਨਾ ਮਹਾਰਾਜ ਵਾਸਤੇ ਲੈ ਕੇ ਆਏ। ਮੈਨੂੰ 1 ਮਿੰਟ ਵਾਸਤੇ ਰੁਕਣਾ ਪੈਣਾ, ਪਿਆਰਿਓ ਮਾਫੀ ਬਖਸ਼ਿਓ। ਜਦੋਂ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਆਉਂਦੇ ਆ ਤੇ ਜਿਨ੍ਹਾਂ ਥਾਲੀਆਂ ਵਿੱਚ ਆਪਾਂ ਖਾਂਦੇ ਆ, ਜਿਹੜਾ ਚਮਚਾ ਅਸੀਂ ਮੂੰਹ ਵਿੱਚ ਪਾਉਂਦੇ ਆ, ਜਿਸ ਗਲਾਸ ਨਾਲ ਅਸੀਂ ਪਾਣੀ ਪੀਂਦੇ ਆ, ਉਹਨਾਂ ਬਰਤਨਾਂ ਵਿੱਚ ਹੀ ਸਤਿਗੁਰਾਂ ਨੂੰ ਦੇ ਦਿੰਦੇ। ਤੇ ਤੁਸੀਂ ਅੰਦਾਜ਼ਾ ਲਾਓ ਵੀ ਸੱਚੇ ਪਾਤਸ਼ਾਹ ਕਿੰਨੇ ਵੱਡੇ ਜੀ, ਕਿੰਨੇ ਵੱਡੇ ਨੇ। ਆਪ ਮਹਾਰਾਜ ਪ੍ਰਤੱਖ ਪਰਮੇਸ਼ਰ। ਗੱਜ ਕੇ ਆਖੋ ਵਾਹਿਗੁਰੂ। ਤੇ ਇਹ ਅੰਦਾਜ਼ਾ ਲਾਓ ਵੀ ਜਿਹਦੇ ਕੋਲ ਤੇ ਨਹੀਂ ਸਮਰੱਥਾ, ਉਹਦੀ ਗੱਲ ਵੱਖਰੀ ਹੈ। ਘੱਟੋ ਘੱਟ ਜਿਹਨੂੰ ਮਹਾਰਾਜ ਨੇ ਕਿਰਪਾ ਕਰਕੇ 4 ਛਿੱਲੜ ਦਿੱਤੇ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਆਉਂਦੇ ਆ ਸਾਡੇ ਘਰ ਵਿੱਚ, ਤੇ ਭਾਂਡੇ ਹੀ ਮਹਾਰਾਜ ਵਾਸਤੇ ਨਵੇਂ ਲਿਆਇਆ ਕਰੋ ਵੀ ਇਹਨਾਂ ਭਾਂਡਿਆਂ 'ਚ ਮਹਾਰਾਜ ਨੂੰ ਛਕਾਉਣਾ। ਇਹ ਭਾਵਨਾ ਹੈ। ਭਾਵਨਾ ਰੱਖ ਕੇ ਵੇਖਿਓ, ਕਿਰਪਾ ਹੋਏਗੀ। ਅਸੀਂ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਇੱਥੇ ਵੇਖੋ ਭਾਂਡੇ ਵੱਖਰੇ ਰੱਖੇ, ਸਤਿਗੁਰੂ ਜੀ ਦਾ ਗਲਾਸ ਵੱਖਰਾ, ਮਹਾਰਾਜ ਦਾ ਚਮਚਾ ਵੱਖਰਾ, ਕੌਲੀਆਂ ਵੱਖਰੀਆਂ, ਥਾਲ ਵੱਖਰਾ। ਮਹਾਰਾਜ ਵੱਡੇ ਨੇ ਨਾ। ਵੱਡਾ ਥਾਲ ਸਜਾ ਕੇ ਭਾਈ ਖੀਓ ਭੱਲਾ ਜੀ ਮਹਾਰਾਜ ਜੀ ਦੇ ਅੱਗੇ ਲੈ ਕੇ ਆਏ ਜੀ। ਹਾਂਜੀ। ਖੀਰ ਖੰਡ ਘ੍ਰਿਤ ਉੱਪਰ ਡਾਰੀ। ਫਿਰ ਖੀਰ ਬਣਾਈ ਸੀਗੀ ਜੀ, ਖੰਡ ਪਾਈ ਜੀ, ਫਿਰ ਉੱਤੇ ਘਿਓ ਪਾਇਆ ਜੀ। ਹਾਂਜੀ। ਆਪਣੇ ਹਾਥ ਪਰੋਸਿਓ ਤਾਹੀਂ। ਤੇ ਆਪਣੇ ਹੱਥਾਂ ਨਾਲ ਮਹਾਰਾਜ ਜੀ ਨੂੰ ਭਾਈ ਸਾਹਿਬ ਨੇ ਪਰੋਸਿਆ ਜੀ। ਹਾਂਜੀ। ਗੁਰੂ ਅਚਹਿ ਹਰਖੈ ਮਨ ਮਾਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਜੀ ਉੱਥੇ ਫਿਰ ਪ੍ਰਸ਼ਾਦਾ ਪਾਣੀ ਛਕਿਆ ਬੜੇ ਆਨੰਦਤਾ ਦੇ ਨਾਲ। ਹਾਂਜੀ। ਸਭ ਸੰਗਤ ਕੋ ਦਿਓ ਆਹਾਰਾ। ਸਾਰੀਆਂ ਸੰਗਤਾਂ ਨੇ
ਭਾਈ ਖੀਓ ਭੱਲਾ ਜੀ ਦੇ ਘਰ ਵਿੱਚ ਪ੍ਰਸ਼ਾਦਾ ਪਾਣੀ ਛਕਿਆ। ਤ੍ਰਿਪਤਾਏ ਅਚ ਸਵਾਦ ਉਦਾਰਾ। ਬੜਾ ਸਵਾਦੀ ਪ੍ਰਸ਼ਾਦਾ ਜੀ, ਤੈਂ ਰੱਜ ਰੱਜ ਕੇ ਛਕਿਆ ਸਾਰਿਆਂ ਨੇ ਜੀ। ਹਾਂਜੀ, ਸੀਤਲ ਪਾਨ ਪਾਨ ਕਰਵਾਵਾ। ਫਿਰ ਠੰਡਾ ਪਾਣੀ ਛਕਿਆ ਜੀ ਉਤੋਂ। ਹਾਂਜੀ, ਸਭ ਹਰਖੇ ਮਨ ਬਾਂਸ਼ਤ ਪਾਵਾ। ਤੇ ਭੋਜਨ ਪ੍ਰਸ਼ਾਦੇ ਦੀ ਤੇ ਸੰਗਤ ਨੂੰ ਵੀ ਲੋੜ ਸੀ। ਜਦੋਂ ਐ ਰੱਜ ਕੇ ਛਕਿਆ ਨਾ ਤੇ ਗੁਰੂ ਦੀਆਂ ਸੰਗਤਾਂ ਵੀ ਖੁਸ਼ ਹੋ ਗਈਆਂ ਜੀ। ਹੁਣ ਇੱਕ ਅੰਦਾਜ਼ਾ ਲਾਓ, ਜਿਸ ਘਰ ਵਿੱਚ ਗੁਰੂ ਸਾਹਿਬ ਵੀ ਖੁਸ਼ ਹੋ ਗਏ ਤੇ ਗੁਰੂ ਦੀਆਂ ਸੰਗਤਾਂ ਵੀ ਖੁਸ਼ ਹੋ ਗਈਆਂ, ਉਸ ਘਰ ਵਿੱਚ ਤੇ ਲਹਿਰਾਂ ਬਹਿਰਾਂ ਹੀ ਰਹਿਣਗੀਆਂ ਨਾ। ਹਾਂਜੀ, ਚੁਰੀ ਕੀਨ ਅਰ ਹਾਥ ਪਖਾਰੇ। ਮਹਾਰਾਜ ਜੀ ਨੇ, ਸੰਗਤਾਂ ਨੇ, ਸਭ ਨੇ ਚੁਲੀ ਕੀਤੇ, ਹੱਥ ਧੋਤੇ। ਭਏ ਗੁਰੂ ਚਲਬੇ ਕਉ ਤਿਆਰੇ। ਫਿਰ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤਿਆਰ ਹੋਏ ਜੀ ਉੱਥੋਂ ਚੱਲਣ ਵਾਸਤੇ। ਹਾਂਜੀ, ਤਬ ਸ਼੍ਰੀ ਅੰਗਦ ਦਿਓ ਬਰ ਤਾਹੂ। ਭਾਈ ਖੀਓ ਭੱਲਾ ਜੀ ਨੇ ਸਤਿਗੁਰੂ ਜੀ ਦੀ ਵੀ ਸੇਵਾ ਕੀਤੀ ਤੇ ਸਤਿਗੁਰੂ ਜੀ ਦੀਆਂ ਸੰਗਤਾਂ ਦੀ ਸੇਵਾ ਕੀਤੀ। ਮਹਾਰਾਜ ਬੜੇ ਪ੍ਰਸੰਨ ਹੋਏ ਤੇ ਸੱਚੇ ਪਾਤਸ਼ਾਹ ਨੇ ਫਿਰ ਚੱਲਣ ਦੀ ਤਿਆਰੀ ਕੀਤੀ ਤੇ ਚੱਲਣ ਲੱਗਿਆ ਨਾ ਮਹਾਰਾਜ ਨੇ ਵਰ ਦਿੱਤਾ ਜੀ। ਮੰਗਣ ਦੀ ਲੋੜ ਨਹੀਂ ਪਈ ਜੀ, ਆਪੇ ਹੀ ਦੇ ਦਿੱਤਾ ਜੀ। ਦਾਸ ਨੇ ਪਹਿਲਾਂ ਬੇਨਤੀ ਕੀਤੀ, ਜਿੱਥੇ ਸਤਿਗੁਰੂ ਵੀ ਖੁਸ਼ ਤੇ ਸਤਿਗੁਰੂ ਦੀਆਂ ਸੰਗਤਾਂ ਵੀ ਖੁਸ਼, ਉੱਥੇ ਤੇ ਫਿਰ ਵਰ ਆਪੇ ਹੀ ਮਿਲਦੇ ਜੀ। ਹਾਂਜੀ, ਹੋਏ ਸੰਤਤ ਤਵ ਬੜ ਸੁਖ ਪਾਹੂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਤੂੰ ਸੰਗਤਾਂ ਖੁਸ਼ ਕੀਤੀਆਂ, ਤੇਰਾ ਪਰਿਵਾਰ ਬੜਾ ਵੱਡਾ ਹੋਏਗਾ ਤੇ ਸਾਰੇ ਸੁਖੀ ਰਹਿਣਗੇ, ਸਭ ਸੁਖੀ ਰਹਿਣਗੇ। ਹਾਂਜੀ, ਗਮਨ ਕੀਨ ਤਬ ਗ੍ਰਾਮ ਖਡੂਰ। ਉੱਥੋਂ ਮਹਾਰਾਜ ਫਿਰ ਖਡੂਰ ਸਾਹਿਬ ਨੂੰ ਗਏ ਜੀ। ਤੇ ਅੱਜ ਵੀ ਸਾਧ ਸੰਗਤ ਜੀ ਉਹ ਸਥਾਨ ਹੈ, ਭਾਈ ਖੀਓ ਭੱਲਾ ਜੀ ਦਾ ਘਰ ਹੈ, ਜਿੱਥੇ ਮਹਾਰਾਜ ਬੈਠੇ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ। ਉਹ ਅੱਜ ਵੀ ਅਸਥਾਨ ਹੈ। ਹਾਂਜੀ, ਰਾਹਕ ਆਦਿਕ ਸੰਗਤ ਭੂਰ। ਆਪਣੇ ਆਸਨ ਆਸ ਅਸੀਨੇ। ਉਧਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਐ ਭਾਈ ਖੀਓ ਭੱਲਾ ਜੀ ਨੂੰ ਨਿਹਾਲ ਕਰਕੇ ਖੁਸ਼ੀਆਂ ਦੇ ਕੇ ਖਡੂਰ ਸਾਹਿਬ ਨੂੰ ਚਾਲਾ ਪਾਇਆ ਜੀ। ਸਭ ਕਿਸਾਨ ਸਿੱਖ ਮਹਾਰਾਜ ਜੀ ਦੇ ਨਾਲ ਹਨ। ਆਪਣੇ ਆਸਨ ਆਨ ਅਸੀਨੇ। ਫੇਰ ਕੀ ਹੋਇਆ ਜੀ, ਮਹਾਰਾਜ ਜੀ ਨੂੰ ਪਲੰਘੇ ਤੇ ਬਿਠਾ ਕੇ ਜਦੋਂ ਲੈ ਕੇ ਆਏ, ਜੈ ਜੈਕਾਰ ਹੋ ਗਈ ਜੀ। ਖੁਸ਼ੀਆਂ ਹੀ ਖੁਸ਼ੀਆਂ ਵਰਤ ਗਈਆਂ। ਫੇਰ ਵਸਾਇਆ ਫੇਰ ਆਣ ਸਤਿਗੁਰੂ। ਸਤਿਗੁਰ ਖਾਡੂਰ। ਮਹਾਰਾਜ ਸੱਚੇ ਪਾਤਸ਼ਾਹ ਮੁੜ ਆਏ ਖਡੂਰ ਸਾਹਿਬ ਵਿੱਚ ਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਜੀ। ਹਾਂਜੀ, ਸਿਉਨਿਓ ਸਭਨ ਮਿਲ ਦਰਸ਼ਨ ਕੀਨੇ। ਤੇ ਸਾਰਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਕੇ। ਹਾਂਜੀ, ਸਭ ਕੇ ਮੰਗਲ ਭਇਓ ਵਿਸਾਲਾ। ਉਹ ਜਿਹੜਾ ਜਿਹੜਾ ਸੁਣਦਾ ਸੀ ਨਾ ਮਹਾਰਾਜ ਆ ਗਏ ਆ, ਉਹ ਭੱਜਦਾ ਹੀ ਜਾਂਦਾ ਸੀਗਾ ਮਹਾਰਾਜ ਦੇ ਘਰ ਵੱਲ ਜੀ। ਤੇ ਸਭ ਕੇ ਮੰਗਲ ਭਇਓ ਵਿਸਾਲਾ, ਮੰਗਲ ਖੁਸ਼ੀ, ਸਾਰੇ ਬੜੇ ਖੁਸ਼ ਹੋਏ। ਕਰ ਬਰਖਾ ਪੁਨ ਬਸੇ ਕਿਰਪਾਲਾ। ਉਧਰੋਂ ਮੀਂਹ ਵੀ ਪੈ ਗਿਆ ਜੀ। ਤੇ ਪਵਾਇਆ ਤੇ ਇੱਕ ਹਿਸਾਬ ਨਾਲ ਮਹਾਰਾਜ ਨਹੀਂ ਹੈ ਨਾ, ਗੁਰੂ ਸਾਹਿਬ ਦੀ ਸ਼ਕਤੀ ਸੀ। ਸੋ ਮਹਾਰਾਜ ਫਿਰ ਉੱਥੇ ਵਸ ਗਏ ਜੀ। ਹਾਂਜੀ, ਨਹੀਂ ਸਰਾਪ ਕਿਸਹੂ ਕੋ ਦੀਨਾ। ਨਾ ਤੇ ਗੁਰੂ ਸਾਹਿਬ ਨੇ ਆਪਣੇ ਮੁਖੋਂ ਸਰਾਪ ਦਿੱਤਾ ਜੀ ਕਿਸੇ ਨੂੰ, ਭਾਵੇਂ ਉਹਨਾਂ ਬੜਾ ਬੁਰਾ ਕੀਤਾ ਜੀ ਪਹਿਲਾਂ। ਹਾਂਜੀ, ਸਭ ਅਪਰਾਧ ਬਖਸ਼ਵੋ ਕੀਨਾ। ਬਲਕਿ ਜਦੋਂ ਉਹਨਾਂ ਨੇ ਸਤਿਗੁਰਾਂ ਕੋਲੋਂ ਮੁਆਫੀ ਮੰਗੀ, ਮਹਾਰਾਜ ਨੇ ਸਾਰੇ ਹੀ ਅਪਰਾਧ ਬਖਸ਼ਿਸ਼ ਕਰਤੇ। ਤੇ ਮੈਨੂੰ ਮਾਫ ਕਰਿਓ, ਸਤਿਗੁਰੂ ਤੇ ਬਖਸ਼ਣ ਲੱਗਿਆਂ ਖਿੰਨ ਨਹੀਂ ਚ ਲਾਉਂਦੇ, ਬੰਦਾ ਹੀ ਬੰਦੇ ਨੂੰ ਨਹੀਂ ਬਖਸ਼ਦਾ ਜੀ। ਬੰਦਾ ਨਹੀਂ ਚ ਬਖਸ਼ਦਾ। ਬੰਦੇ ਦਾ ਮਨ ਭਜਨ ਤੋਂ ਖਾਲੀ ਹੈ ਨਾ, ਇਹ ਫਿਰ ਗੱਲਾਂ ਛੱਡਦਾ ਨਹੀਂ ਜੀ, ਗੱਲਾਂ ਨਹੀਂ ਛੱਡਦਾ। ਪਰ ਸਤਿਗੁਰੂ ਨੇ ਸਾਰੇ ਹੀ ਬਖਸ਼ ਦਿੱਤੇ ਜੀ। ਹਾਂਜੀ, ਪੂਜਨ ਲੱਗੇ ਬਹੁਰ ਗੁਰ ਚਰਨਾ। ਫਿਰ ਉਸੇ ਤਰ੍ਹਾਂ ਖਡੂਰ ਸਾਹਿਬ ਦੇ ਲੋਕ ਸੰਗਤਾਂ ਮਹਾਰਾਜ ਜੀ ਦੇ ਚਰਨ ਪੂਜਣ ਲੱਗ ਪਏ ਜੀ। ਹਾਂਜੀ, ਜਿਨ ਕੇ ਸਿਮਰਨ ਜਨਮ ਨਾ ਮਰਨਾ। ਜਿਨ੍ਹਾਂ ਦਾ ਸਿਮਰਨ ਕਰਕੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਬੰਦਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਹਾਂਜੀ, ਪੁੰਨ ਸ਼੍ਰੀ ਅਮਰ ਗੁਰੂ ਬਚ ਨਾਲ। ਹਾਂਜੀ,
ਗਮਨ ਕੀਨ ਮਗ ਗੋਇੰਦਵਾਲ। ਫਿਰ ਮਹਾਰਾਜ ਨੇ ਬਾਬਾ ਅਮਰਦਾਸ ਜੀ ਨੂੰ ਆਗਿਆ ਕੀਤੀ, ਹੁਣ ਤੁਸੀਂ ਗੋਇੰਦਵਾਲ ਸਾਹਿਬ ਨੂੰ ਭਾਵ ਗੋਇੰਦਵਾਲ ਜਾਓ। ਹਾਂਜੀ। ਕੇਤਕ ਹੋਤੇ ਸਿੱਖਨ ਤਬ ਸੰਗ। ਕੁਝ ਸਿੱਖ ਰਿਸ਼ਤੇਦਾਰ ਬਾਬਾ ਅਮਰਦਾਸ ਜੀ ਦੇ ਨਾਲ ਸਨ ਉਸ ਸਮੇਂ। ਹਾਂਜੀ। ਪਾਸ਼ਲ ਦੇਸ਼ ਗਮਨਹਿ ਤਿਸ ਢੰਗ। ਤੇ ਉਹ ਫਿਰ ਜਿਵੇਂ ਮਹਾਰਾਜ ਪਿੱਠ ਨਹੀਂ ਸੀ ਕਰਦੇ ਸਤਿਗੁਰੂ ਨੂੰ, ਜਿਵੇਂ ਉਹ 3 ਕੋਹ ਤੱਕ ਪਿਛਲ ਪੈਰ ਤੁਰਦੇ ਸਨ ਨਾ, ਉਵੇਂ ਫਿਰ ਨਾਲ ਵਾਲੇ ਸੰਗੀ ਵੀ ਤੁਰ ਪਏ। ਹੈ ਤੇ ਸਿੱਖਿਆ ਹੀ ਹੈ ਨਾ। ਹਾਂਜੀ। ਮਾਰਗ ਬਿਖੈ ਹਾੜ ਇੱਕ ਮਾਨਵ। ਹੁਣ ਧਿਆਨ ਨਾਲ ਸੁਣਿਓ, ਜਦੋਂ ਮਹਾਰਾਜ ਤੁਰ ਰਹੇ ਸਨ, ਰਸਤੇ ਕੱਚੇ ਹੁੰਦੇ ਸਨ ਤੇ ਰਸਤੇ ਵਿੱਚ ਨਾ ਇੱਕ ਮਨੁੱਖ ਦੀ ਹੱਡੀ ਪਈ ਸੀਗੀ ਜੀ, ਕਿਸੇ ਬੰਦੇ ਦੀ ਹੱਡੀ ਪਈ ਸੀਗੀ। ਹਾਂਜੀ। ਪਰਿਓ ਹੁਤੋ ਕਬ ਕੋ ਨਹਿ ਜਾਣਵ। ਕਦੋਂ ਦੀ ਪਈ ਸੀ ਇਹ ਕੋਈ ਨਹੀਂ ਸੀ ਜਾਣਦਾ ਜੀ। ਕਈ ਵਾਰੀ ਚੀਜ਼ਾਂ ਥੱਲੇ ਨੱਪੀਆਂ ਰਹਿ ਜਾਂਦੀਆਂ, ਸਮੇਂ ਨਾਲ ਹੌਲੀ ਹੌਲੀ ਉੱਤੇ ਆ ਜਾਂਦੀਆਂ। ਕਦੋਂ ਦੀ ਹੱਡੀ ਸੀਗੀ ਇਹ ਨਹੀਂ ਸੀ ਪਤਾ ਕਿਸੇ ਨੂੰ। ਹਾਂਜੀ। ਲੱਗਿਓ ਚਰਨ ਪਾਸ਼ਲ ਦਿਸ ਜਾਤੇ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਅਮਰਦਾਸ ਜੀ ਲੱਗਿਓ ਚਰਨ ਪਾਸ਼ਲ ਦਿਸ ਜਾਤੇ, ਪਿਛਲ ਪੈਰ ਚੱਲ ਰਹੇ ਸਨ, ਪਤਾ ਨਹੀਂ ਲੱਗਾ ਵੀ ਪਿੱਛੇ ਹੱਡੀ ਹੈ। ਤੇ ਬਾਬਾ ਅਮਰਦਾਸ ਜੀ ਦਾ ਚਰਨ ਜਿਹੜਾ ਸੀ ਨਾ ਉਹ ਹੱਡੀ ਨੂੰ ਜਾ ਲੱਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕਰਾਮਾਤ ਜਿਨ ਮੈਂ ਅਧਿਕਾਤੇ। ਹੁਣ ਇੰਨਾ ਜ਼ਿਆਦਾ ਭਜਨ ਬੰਦਗੀ ਸੇਵਾ ਸਿਮਰਨ ਹੋ ਚੁੱਕਾ ਸੀਗਾ, ਬਖਸ਼ਿਸ਼ਾਂ ਹੀ ਇੰਨੀਆਂ ਹੋ ਚੁੱਕੀਆਂ ਸਨ। ਬਾਬਾ ਜੀ ਬਾਬਾ ਅਮਰਦਾਸ ਸਾਹਿਬ ਜੀ ਦਾ ਸਾਰਾ ਸਰੀਰ ਹੀ ਕਰਾਮਾਤਾਂ ਨਾਲ ਭਰ ਗਿਆ ਸੀਗਾ ਜੀ। ਹਾਂਜੀ। ਨਰਕ ਬਿਖੈ ਤੇ ਨਿਕਸਿਓ ਪਾਪੀ। ਉਹ ਜਿਸ ਬੰਦੇ ਦੀ ਹੱਡੀ ਸੀ ਨਾ ਉਹ ਬੜਾ ਪਾਪੀ ਬੰਦਾ ਸੀਗਾ ਜੀ, ਔਰ ਬੜਾ ਪੁਰਾਣੀ ਹੱਡੀ ਪਈ ਸੀ, ਔਰ ਉਹ ਬੰਦਾ ਨਰਕਾਂ ਦੇ ਵਿੱਚ ਸਜ਼ਾ ਭੁਗਤ ਰਿਹਾ ਸੀਗਾ। ਪਰ ਵੇਖ ਲੋ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਹੀ ਹੈ ਨਾ। ਗੁਰ ਕੇ ਚਰਨ ਜੀ ਕਾ ਨਿਸਤਾਰਾ। ਗੁਰੂ ਸਾਹਿਬ ਦੇ ਚਰਨ ਬੰਦੇ ਦਾ ਨਿਸਤਾਰਾ ਕਿਵੇਂ ਕਰਦੇ ਐ, ਇਹ ਗੱਲ ਧਿਆਨ ਨਾਲ ਸੁਣਨੀ ਜੀ। ਉਹ ਬੰਦਾ ਨਰਕਾਂ 'ਚ ਸਜ਼ਾ ਭੁਗਤ ਰਿਹਾ ਸੀ, ਪਰ ਉਹਦੀ ਤਤਕਾਲ ਹੀ ਸਜ਼ਾ ਮਾਫ ਹੋ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਨਰਕਾਂ 'ਚੋਂ ਛੁੱਟੀ ਹੋ ਗਈ ਜੀ ਉਹਦੀ। ਹਾਂਜੀ। ਦੁਸਹਿ ਸਜ਼ਾਏ ਸਕਲ ਹੀ ਖਾਪੀ। ਬਾਕੀ ਹੋਰ ਜਿਹੜੀਆਂ ਉਹਨੂੰ ਸਜ਼ਾਵਾਂ ਮਿਲਣੀਆਂ ਸਨ ਨਾ ਸਾਰੀਆਂ ਹੀ ਨਾਸ ਕਰ ਦਿੱਤੀਆਂ ਜੀ ਧਰਮ ਰਾਜੇ ਨੇ। ਉਹ ਕਹਿੰਦੇ ਜੀ ਕਿਉਂ? ਕਹਿਣ ਲੱਗਾ ਇਹਦੀ ਹੱਡੀ ਤੇ ਬਾਬਾ ਅਮਰਦਾਸ ਜੀ ਜਿਨ੍ਹਾਂ ਗੁਰੂ ਨਾਨਕ ਦੀ ਗੱਦੀ ਤੇ ਬੈਠਣਾ ਉਹਨਾਂ ਦਾ ਚਰਨ ਆ ਗਿਆ ਹੈ, ਤਾਂ ਮਾਫੀ ਹੈ ਸਾਰੀ। ਹਾਂਜੀ। ਤਤ ਛਿਨ ਮਾਨੁਖ ਤਨ ਹੋਏ ਗਇਓ। ਹੁਣ ਉਹਦਾ ਸੂਖਸ਼ਮ ਜਿਹੜਾ ਸਰੀਰ ਸੀ ਨਾ ਉਹ ਤਤ ਛਿਨ ਮਨੁੱਖ ਰੂਪ ਹੋ ਕੇ ਬਾਬਾ ਅਮਰਦਾਸ ਸਾਹਿਬ ਜੀ ਵੱਲ ਆਇਆ। ਜੋ ਨਿਰਜੀਵ ਸਜੀਵੀ ਥਿਓ। ਤੇ ਜਿਹੜਾ ਨਿਰਜੀਵ ਸੀ ਮਾਨੋ ਸੰਜੀਵ ਹੋ ਗਿਆ ਜੀ। ਕੱਲ ਪਰਸੋਂ ਬੈਠੇ ਸਾਂ ਤੇ ਗੱਲ ਕੀਤੀ ਕਿਸੇ ਪ੍ਰੇਮੀ ਨੇ, ਕਹਿੰਦੇ ਜੀ ਇੱਕ ਵਾਰ ਜਿਹੜਾ ਸਰੀਰ ਚਲੇ ਗਿਆ ਮੁੜ ਨਹੀਂ ਵੇਖਦਾ, ਸੜ ਗਿਆ, ਸਵਾਹ ਹੋ ਗਿਆ, ਰਾਖ ਹੋ ਗਿਆ, ਤੱਤਾਂ 'ਚ ਤੱਤ ਮਿਲ ਗਏ। ਆਪਣੇ ਭਾਈ ਦਲਬੀਰ ਸਿੰਘ ਜੀ ਮੈਂਦਰ ਜਦੋਂ ਸਰੀਰ ਤੇ ਅੱਗੇ ਉਹਨਾਂ ਦੇ ਘਰ ਗੱਲ ਹੋ ਰਹੀ ਸੀ ਤਾਂ ਮੈਨੂੰ ਉਸ ਸਮੇਂ ਤੇ ਮਹਾਰਾਜ ਦਾ ਬਚਨ ਨਹੀਂ ਚੇਤਾ ਆਇਆ, ਪਰ ਅੱਜ ਭਾਈ ਸੰਤੋਖ ਸਿੰਘ ਜੀ ਨੇ ਚੇਤਾ ਕਰਾ ਦਿੱਤਾ। ਖਤਮ ਹੋ ਗਿਆ ਪਰ ਮਾਨੋ ਉਹ ਫਿਰ ਆਇਆ ਜੀ ਜੀਵ ਜੀ ਸੂਖਸ਼ਮ ਰੂਪ ਹੋ ਕੇ। ਹਾਂਜੀ। ਸਭ ਕੇ ਦੇਖਤ ਗਮਨਿਓ ਕਿਤੈ। ਅਚਰਜ ਲਖਿਓ ਸੰਗ ਥੇ ਜਿਤੈ। ਔਰ ਕੀ ਵੇਖਦੇ ਨਾਲ ਦੇ ਪ੍ਰੇਮੀਆਂ ਨੂੰ ਵੀ ਉਹ ਵਿਖਿਆ। ਉਹਨੇ ਬਾਬਾ ਅਮਰਦਾਸ ਜੀ ਵੱਲ ਮੁਖ ਕਰਕੇ ਮੱਥਾ ਟੇਕਿਆ ਜੀ। ਮੱਥਾ ਟੇਕ ਕੇ ਇੱਕਦਮ ਅਲੋਪ ਹੋ ਗਿਆ। ਸੰਗਤਾਂ ਕਹਿਣ ਲੱਗੀਆਂ ਬੰਦਾ ਆਇਆ ਸੀ ਇੱਕਦਮ ਅਲੋਪ ਕਿਵੇਂ ਹੋ ਗਿਆ? ਹਾਂਜੀ। ਅਮਰਦਾਸ ਨਿਜ ਸਹਿਜ ਸੁਭਾਏ ਗੋਇੰਦਵਾਲ ਗਏ ਨਿਜ ਥਾਏ। ਬਾਬਾ ਅਮਰਦਾਸ ਜੀ ਨੇ ਕੋਈ ਗੱਲ ਨਹੀਂ ਕੀਤੀ, ਉਹ ਗੋਇੰਦਵਾਲ ਸਾਹਿਬ ਚਲੇ ਗਏ ਜੀ।
ਹਾਂਜੀ निसा बिताई बसे निकेत, चले प्रभात को दर्शन हेत। ਰਾਤ ਆਪਣੇ ਘਰ ਰਹੇ ਜੀ, ਦਿਨੇ ਫਿਰ ਖਡੂਰ ਸਾਹਿਬ ਨੂੰ ਤੁਰ ਪਏ ਜੀ। ਉਹ ਨੇਮ ਸੀ ਨਾ। ਹਾਂਜੀ बैठे जाए बंदना कीन अगारी, ਹਾਂਜੀ बैठे संगत केर मझारी। ਜਾ ਕੇ ਸੰਗਤ ਵਿੱਚ ਮੱਥਾ ਟੇਕਿਆ ਸਤਿਗੁਰੂ ਜੀ ਨੂੰ, ਸੰਗਤ ਦੇ ਵਿੱਚ ਬੈਠ ਗਏ। ਹਾਂਜੀ ਹੁਤੋ ਸੰਗ ਸਿੱਖ ਕਿਨਹੋਂ ਬਖਾਨਾ, ਕੁਝ ਸਿੱਖ ਜਿਹੜੇ ਨਾਲ ਸਨ ਨਾ, ਉਹਨਾਂ ਗੱਲ ਤੋਰੀ। ਹਾਂਜੀ ਗੁਰੂ ਜੀ ਅਚਰਜ ਪਿਖਿਓ ਮਹਾਨਾ। ਹੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਕੱਲ ਅਸੀਂ ਨਾ ਇੱਕ ਹੈਰਾਨ ਕਰਨ ਵਾਲੀ ਗੱਲ ਹੋਈ ਸਾਡੇ ਨਾਲ। ਹਾਂਜੀ ਜਾਤ ਹੋਤੇ ਹਮ ਗੋਇੰਦਵਾਲ, ਮਹਾਰਾਜ ਅਸੀਂ ਬਾਬਾ ਅਮਰਦਾਸ ਜੀ ਦੇ ਨਾਲ ਗੋਇੰਦਵਾਲ ਨੂੰ ਜਾ ਰਹੇ ਸਾਂ। ਹਾਂਜੀ ਮਗ ਸ਼੍ਰੀ ਅਮਰਦਾਸ ਕੇ ਨਾਲ, ਹਾਂਜੀ ਅਸਥੀ ਏਕ ਚਰਨ ਸੰਗ ਛੂਇਓ। ਪਿਛਲ ਪੈਰ ਚੱਲ ਰਹੇ ਸਾਂ, ਕਿਸੇ ਮਨੁੱਖ ਦੀ ਸੀਗੀ ਇੱਕ ਹੱਡੀ। ਮਹਾਰਾਜ ਉਹ ਹੱਡੀ ਨਾਲ ਚਰਨ ਛੋਇਆ ਗਿਆ ਇਹਨਾਂ ਦਾ। ਹਾਂਜੀ ਤਾਤਕਾਲ ਨਰ ਤਨ ਬਨ ਗਇਓ, ਬਸ ਉਸੇ ਵੇਲੇ ਹੀ ਉਹਦਾ ਮਨੁੱਖਾ ਸਰੀਰ ਬਣ ਗਿਆ ਜਿਹਦੀ ਹੱਡੀ ਸੀ। ਹਾਂਜੀ ਜੀਵ ਉਠਿਓ ਗਮਨਿਓ ਚਿਤ ਚਾਹੂ, ਮਾਨੋ ਉਹ ਤੇ ਜੀ ਉੱਠਿਆ ਇੱਕ ਵਾਰ। ਹਾਂਜੀ ਇਨਹੋ ਨਾ ਕਹਿਓ ਸੁਨਿਓ ਕੁਛ ਤਾਹੂ, ਪਰ ਇਹਨਾਂ ਨੇ ਨਾ ਕੁਝ ਉਹਨੂੰ ਕਿਹਾ, ਨਾ ਉਹਦੀ ਗੱਲ ਸੁਣੀ। ਮੱਥਾ ਟੇਕ ਕੇ ਉਹ ਅਲੋਪ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਚਰਨ ਹੀ ਲੱਗੇ ਨਾ ਪਿਆਰਿਓ। ਇੱਕ ਗੱਲ ਚੇਤਾ ਰੱਖਿਓ, ਮਹਾਰਾਜ ਨੇ ਇਹਦੇ ਉੱਤਰ ਦੇਣਾ ਹੈ। ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਤੁਸੀਂ ਲਗਾਤਾਰ ਕਰਕੇ ਵੇਖ ਲਓ, ਤੁਹਾਡੇ ਸਰੀਰ ਵਿੱਚ ਇੱਕ ਐਨਰਜੀ ਆ ਜਾਵੇਗੀ ਜੀ। ਆ ਸਰੀਰ ਹੈ ਨਾ ਜਿਹੜਾ, ਇਹਦੇ ਵਿੱਚ ਵਾਹਿਗੁਰੂ ਨੇ ਬਹੁਤ ਕੁਝ ਰੱਖਿਆ। ਤੁਹਾਡੇ ਸਰੀਰ ਵਿੱਚ ਇੱਕ ਐਨਰਜੀ ਆਏਗੀ। ਉਹ ਐਨਰਜੀ, ਊਰਜਾ, ਤਾਕਤ ਹੈ ਨਾ ਜਿਹੜੀ, ਉਹ ਐਡੇ ਕਮਾਲ ਦੀ ਹੋਏਗੀ, ਤੁਸੀਂ ਰੋਗੀ ਨੂੰ ਵੀ ਹੱਥ ਲਾ ਦੋਗੇ, ਰੋਗੀ ਠੀਕ ਹੋ ਜਾਏਗਾ। ਇਸੇ ਕਰਕੇ ਮਹਾਰਾਜ ਨੂੰ ਕਹਿੰਦੇ ਸਨ ਨਾ, ਮਹਾਰਾਜ ਹੱਥ ਰੱਖੋ। ਔਰ ਗੁਰੂ ਸਾਹਿਬ ਦੀ ਤਾਂ ਇੰਨੀ ਜ਼ਿਆਦਾ ਐਨਰਜੀ ਸੀ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਦਰ ਇੰਨੀ ਜ਼ਿਆਦਾ ਊਰਜਾ ਸੀ। ਮਹਾਰਾਜ ਜਿਹਦੇ ਵੱਲ ਵੇਖਦੇ ਸਨ, ਵੇਖਦਿਆਂ ਸਾਰੀ ਬੰਦਾ ਠੀਕ ਹੋ ਜਾਂਦਾ ਸੀ। ਇੱਕ ਹੁੰਦਾ ਸਪਰਸ਼ ਕਰਕੇ ਬੰਦਾ ਠੀਕ ਕਰ ਦੇਣਾ। ਅੱਜ ਵੀ ਤੁਸੀਂ ਇੱਕ YouTube ਤੇ ਸਰਚ ਕਰ ਲਿਓ, ਇੱਕ ਸ਼ਕਤੀ ਹੈ ਜਿਹਨੂੰ ਰੇਕੀ ਸ਼ਕਤੀ ਕਹਿੰਦੇ ਆ। ਉਹ ਕੀ ਕਰਦੇ ਆ, ਉਹ ਸਰੀਰ ਦੀ ਊਰਜਾ ਇਕੱਠੀ ਕਰਦੇ ਆ, ਸਾਧਨਾ ਕਰਦੇ ਆ, ਊਰਜਾ ਇਕੱਠੀ ਕਰਕੇ ਜਦੋਂ ਕੋਈ ਬਿਮਾਰ ਹੁੰਦਾ ਹੈ ਉਹਨੂੰ ਆਪਣੀ ਊਰਜਾ ਦੇ ਦਿੰਦੇ, ਉਹ ਠੀਕ ਹੋ ਜਾਂਦਾ। ਪਹਿਲਾਂ ਉਹ ਕੋਰਸ ਕਰਾਉਂਦੇ ਬੜਾ ਵੱਡਾ ਰੇਕੀ ਸ਼ਕਤੀ ਦਾ। ਇਹ ਸ਼ਕਤੀ ਦਾ ਮੈਂ ਇੱਕ ਵੇਖ ਰਿਹਾ ਸਾਂ, ਇੱਕ ਬੀਬੀ ਜਿਹੜੀ ਗ੍ਰੈਂਡ ਮਾਸਟਰ ਸੀਗੀ, ਉਹਦੇ ਕੋਲ ਸ਼ਕਤੀ ਸੀਗੀ। ਉਹਨੇ ਆਪਣੀ ਸ਼ਕਤੀ ਕਹਿਣ ਲੱਗੀ ਮੈਂ ਐਕਟੀਵੇਟ ਨਹੀਂ ਕੀਤੀ, ਦੂਜਿਆਂ ਦੇ ਦੁੱਖ ਠੀਕ ਕਰਦੀ, ਮੈਂ ਆਪ ਬਿਮਾਰ ਹੋ ਗਈ ਸਾਂ। ਪਰ ਪਿਆਰਿਓ, ਜਿਹੜੀ ਸੇਵਾ ਤੇ ਸਿਮਰਨ ਦੀ ਸ਼ਕਤੀ ਹੈ ਨਾ, ਉਹ ਰੇਕੀ ਤੋਂ ਵੀ ਬੜੀ ਵੱਡੀ ਜੀ। ਉਹ ਤੇ ਪਿਆਰਿਓ ਕਿਸੇ ਦਾ ਰੋਗ ਠੀਕ ਕਰ ਸਕਦੀ ਹੈ। ਸੇਵਾ ਸਿਮਰਨ ਵਾਲੇ ਵਿੱਚ ਇੰਨੀ ਵੱਡੀ ਤਾਕਤ ਆ ਜਾਂਦੀ, ਉਹ ਬੰਦੇ ਨੂੰ ਜੀਵਨ ਮੁਕਤ ਕਰ ਸਕਦਾ ਹੈ, 84 ਕੱਟ ਸਕਦਾ ਹੈ। ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਸਰੀਰ 'ਚ ਸੇਵਾ ਸਿਮਰਨ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਇੰਨੀ ਜ਼ਿਆਦਾ ਸੀ। ਅੱਤ ਦਾ ਕੋਈ ਰੋਗੀ ਹੁੰਦਾ ਸੀ, ਜਦੋਂ ਮਹਾਰਾਜ ਉਹਦੇ ਵੱਲ ਦ੍ਰਿਸ਼ਟੀ ਪਾਉਂਦੇ ਸਨ, ਉਹ ਠੀਕ ਹੋ ਜਾਂਦਾ ਸੀ। ਸੋ ਜਦੋਂ ਦੱਸਿਆ ਮਹਾਰਾਜ ਬਾਬਾ ਜੀ ਦੇ ਚਰਨ ਲੱਗੇ, ਉਹ ਬੰਦੇ ਦੀ ਰੂਹ ਦਾ ਹੀ ਕਲਿਆਣ ਹੋ ਗਿਆ। ਹਾਂਜੀ ਸ਼੍ਰੀ ਅੰਗਦ ਸੁਨ ਕੈ ਤਿਨ ਪਾਸ, ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਸੁਣਿਆ ਨਾ ਇਹ ਬਚਨ, ਹਾਂਜੀ, ਨਿਕਟ ਬੁਲਾਏ ਆਪਣੋ ਦਾਸ, ਮਹਾਰਾਜ ਜੀ ਨੇ ਬਾਬਾ ਅਮਰਦਾਸ ਜੀ ਨੂੰ ਆਪਣੇ ਕੋਲ ਬਿਠਾਇਆ ਜੀ, ਕੋਲ ਸੱਦਿਆ। ਨੇਕੀ ਵਿਧ ਸਮਝਾਵਨ ਕਰਿਓ, ਬੜੀ ਚੰਗੀ ਤਰੀਕੇ ਨਾਲ ਸਮਝਾਇਆ ਜੀ। ਹਾਂਜੀ ਤੁਮਰੇ ਚਰਨ ਪਦਮ ਵਿਦ ਧਰਿਓ। ਗੱਜ ਕੇ ਆਖੋ। ਇਹ ਗੱਲ ਬਾਬਾ ਅਮਰਦਾਸ ਜੀ ਨੇ ਤੇ ਕਦੀ ਨਹੀਂ ਸੀ ਨਾ ਦੱਸੀ, ਪਰ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ, ਅਮਰਦਾਸ ਜੀ ਤੁਹਾਡੇ ਚਰਨਾਂ 'ਚ ਪਦਮ ਬਣਿਆ ਹੋਇਆ। ਹਾਂਜੀ
ਪੁੰਨ ਗੁਰ ਘਰ ਕੀ ਸੇਵ ਕਮਾਈ। ਉਤੋਂ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ, ਸੇਵਾ ਵੀ ਬਹੁਤ ਕੀਤੀ ਹੈ। ਹਾਂਜੀ, ਸਰਬ ਭਾਂਤ ਕਰ ਭਾ ਅਧਿਕਾਈ। ਮਤਲਬ ਹਰ ਤਰੀਕੇ ਨਾਲ ਤੁਸੀਂ ਸੇਵਾ ਦੀ ਕਮਾਈ ਵਾਧੀ ਕੀਤੀ ਹੈ। ਹਾਂਜੀ, ਮਹਿਮਾ ਜਾਣ ਸਕੈ ਨਰ ਨਾਹੀ। ਇਸ ਕਰਕੇ ਨਾ ਸਾਰੇ ਮਨੁੱਖ ਤੁਹਾਡੀ ਮਹਿਮਾ ਨਹੀਂ ਸਮਝਦੇ, ਤੁਹਾਡੇ ਵਿੱਚ ਕਿੰਨੀ ਵੱਡੀ ਤਾਕਤ ਹੈ। ਹਾਂਜੀ, ਜੇਤਿਕ ਸ਼ਕਤ ਅਹੈ ਤੁਵ ਮਾਹੀ। ਜਿੰਨੀ ਤੁਹਾਡੇ ਵਿੱਚ ਸ਼ਕਤੀ ਆ ਚੁੱਕੀ ਹੈ ਨਾ, ਉਹ ਲੋਕਾਂ ਨੂੰ ਸਮਝ ਵੀ ਨਹੀਂ ਆ ਸਕਦੀ ਵੀ ਕਿੰਨੀ ਕੁ ਆ ਗਈ ਹੈ, ਪਰ ਹੁੰਦਾ ਵੀ ਇਸੇ ਤਰ੍ਹਾਂ। ਹਾਂਜੀ, ਸੰਤਨ ਮਤ ਅਜ਼ਮਤ ਬਿਦਤਾਏ ਨਾ। ਤੋਹੇ ਹਿਰਦੈ ਮਹਿ ਪੀ ਇਹ ਪਾਏ ਨਾ। ਮਹਾਰਾਜ ਕਹਿੰਦੇ ਸੰਤ ਕਰਾਮਾਤ ਨਹੀਂ ਵਿਖਾਉਂਦੇ, ਸੰਤਾਂ ਦੀ ਮੱਤ ਇਹੋ ਹੀ ਹੈ। ਤੁਸੀਂ ਵੀ ਕਰਾਮਾਤ ਵਿਖਾਉਣ ਨੂੰ ਚੰਗਾ ਨਹੀਂ ਸਮਝਦੇ। ਹਾਂਜੀ, ਤਉ ਅਚਾਨਕ ਨਰ ਮ੍ਰਿਤ ਜੀਵਿਓ। ਪਰ ਫਿਰ ਵੀ ਅਚਾਨਕ ਹੀ ਤੁਹਾਡੇ ਚਰਨਾਂ ਨਾਲ ਲੱਗਿਆ ਹੋਇਆ ਬੰਦਾ ਜਿਉਂਦਾ ਹੋ ਗਿਆ। ਉਹਦੀ ਹੱਡੀ ਸੀਗੀ, ਚਰਨਾਂ ਨਾਲ ਹੱਡੀ ਲੱਗੀ, ਬੰਦਾ ਜਿਉਂਦਾ ਹੋ ਗਿਆ। ਹਾਂਜੀ, ਲੋਕਨ ਮਹਿ ਅਚਰਜ ਅਤ ਥੀਵਿਓ। ਇਹ ਲੋਕਾਂ ਵਿੱਚ ਬੜਾ ਅਚਰਜਤਾਈ ਵਾਲਾ ਬਚਨ ਹੈ। ਲੋਕਾਂ ਦੀ ਬੁੱਧੀ ਨਹੀਂ ਇੰਨੀ। ਹਾਂਜੀ, ਸਹਿਜ ਸੁਭਾਇਕ ਤੁਮ ਨਿਤ ਆਵੋ। ਇਸ ਪ੍ਰਕਾਰ ਪੁਨ ਅਪਰ ਜੀਵਾਵੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤੁਸੀਂ ਤੇ ਸਦਾ ਸਹਿਜ ਸੁਭਾਅ ਆਉਂਦੇ ਹੋ, ਪਿਛਲ ਪੈਰ ਜਾਂਦੇ ਹੋ, ਤੇ ਇਸ ਤਰੀਕੇ ਨਾਲ ਤੇ ਤੁਸੀਂ ਬੜੇ ਮਰੇ ਜਿਉਂਦੇ ਕਰਦੇ ਹੋਗੇ, ਪਾਰ ਉਤਾਰਾ ਕਰ ਦੋਗੇ। ਹਾਂਜੀ, ਜਗ ਮੈਂ ਥਿਰਹਿ ਨਹਿ ਇਹ ਆਛੀ। ਪਰ ਇਹ ਚੰਗੀ ਗੱਲ ਨਹੀਂ ਹੈਗੀ। ਮਹਾਰਾਜ ਕਹਿੰਦੇ ਹਾਂਜੀ, ਮਤ ਸੰਤਨ ਮੈਂ ਨਾਹਨ ਬਾਛੀ। ਤੁਸੀਂ ਤੇ ਸਹਿਜ ਸੁਭਾਅ ਜਾਣਾ ਹੈ, ਤੁਹਾਨੂੰ ਵੀ ਨਹੀਂ ਪਤਾ ਲੱਗਣਾ ਕੀ ਕੀ ਹੋ ਰਿਹਾ। ਇਹ ਸ਼ਕਤੀਆਂ ਵਰਤਦੀਆਂ ਨੇ ਤੇ ਸੰਤ ਮਤ ਇਸ ਨੂੰ ਪਸੰਦ ਨਹੀਂ ਕਰਦੀ। ਹਾਂਜੀ, ਯਾਂਤੇ ਅਬ ਮੇਰੀ ਸਿੱਖ ਮਾਨ। ਇਸ ਕਰਕੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਤੁਸੀਂ ਹੁਣ ਸਾਡਾ ਬਚਨ ਮੰਨੋ। ਹਾਂਜੀ, ਦ੍ਰਿੜ ਰਾਖੋ ਨਹਿ ਤਿਆਗਨ ਠਾਨ। ਔਰ ਇਹ ਬਚਨ ਦ੍ਰਿੜ ਰੱਖਣਾ ਹੈ, ਫੇਰਨਾ ਨਹੀਂ ਬਚਨ। ਹਾਂਜੀ, ਜਬ ਦਰਸ਼ਨ ਕੀ ਹੋਏ ਉਰ ਪਿਆਸ। ਹਾਂਜੀ, ਚੱਲ ਹਮ ਚੱਲ ਆਵਾਂਗੇ ਤੁਮ ਪਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਅਮਰਦਾਸ ਜੀ ਨੂੰ ਅੱਜ ਤੋਂ ਬਾਅਦ ਤੁਸੀਂ ਨਹੀਂ ਆਉਣਾ, ਜਦੋਂ ਤੁਹਾਨੂੰ ਸਾਡੇ ਦਰਸ਼ਨ ਚਾਹੀਦੇ ਹੋਣਗੇ ਅਸੀਂ ਆਪ ਹੀ ਆ ਜਾਇਆ ਕਰਾਂਗੇ। ਕਿੰਨੀ ਵੱਡੀ ਗੱਲ ਹੈ। ਵੇਖੋ ਸਾਨੂੰ ਸਾਰਿਆਂ ਨੂੰ ਹੁਕਮ ਹੈ ਗੁਰੂ ਦਾ, ਗੁਰੂ ਸਾਹਿਬ ਦੇ ਘਰ ਚੱਲ ਕੇ ਆਉਣਾ, ਸਤਿਗੁਰੂ ਜੀ ਦੀ ਸੰਗਤ ਕਰਨੀ, ਸੇਵਾ ਕਰਨੀ। ਪਰ ਬਾਬਾ ਅਮਰਦਾਸ ਜੀ ਦਾ ਸੇਵਾ ਸਿਮਰਨ ਇੰਨਾ ਜ਼ਿਆਦਾ ਹੋ ਗਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਨਹੀਂ ਆਓਗੇ, ਅਸੀਂ ਆਪ ਹੀ ਤੁਹਾਡੇ ਕੋਲ ਆ ਜਾਵਾਂਗੇ। ਕਿੱਡੀ ਵੱਡੀ ਗੱਲ ਹੈ ਪਿਆਰਿਓ, ਇੰਨੀ ਜ਼ਿਆਦਾ ਕਮਾਈ ਗੁਰੂ ਸਾਹਿਬ ਚੱਲ ਕੇ ਜਾ ਰਹੇ ਹੈ। ਹਾਂਜੀ, ਅਜ਼ਮਤ ਬਿਦਤ ਜਗਤ ਨਹਿ ਹੋਏ। ਮੇਰੇ ਮਨ ਭਾਵਹਿ ਬਿਦ ਸੋਏ। ਮਹਾਰਾਜ ਕਹਿੰਦੇ ਸਾਨੂੰ ਤੇ ਇਹੋ ਹੀ ਚੰਗਾ ਲੱਗਦਾ ਵੀ ਕਰਾਮਾਤ ਪ੍ਰਗਟ ਨਾ ਹੋਵੇ। ਹਾਂਜੀ, ਤੁਮ ਹੀ ਨਿਤ ਐਸੇ ਹੀ ਕਰਨੋ ਜੋ ਸੰਤਨ ਕੇ ਮਤ ਸ਼ੁਭ ਬਰਨੋ। ਤੁਸੀਂ ਵੀ ਇਸੇ ਤਰ੍ਹਾਂ ਕਰਨਾ ਹੈ। ਇਹ ਸੰਤਾਂ ਦੀ ਮੱਤ ਹੈ ਪਿਆਰਿਓ। ਜਦੋਂ ਕੋਈ ਬੰਦਗੀ ਕਰਦਾ ਹੈ ਨਾ, ਇਹ ਗੱਲਾਂ ਆਉਂਦੀਆਂ ਨੇ। ਜਿਵੇਂ ਪ੍ਰਸ਼ਾਦਾ ਛਕੋ ਤੇ ਡਕਾਰ ਆਪੇ ਆਉਂਦਾ ਹੈ, ਤੇ ਬੰਦੇ ਨੂੰ ਪਤਾ ਨਹੀਂ ਲੱਗਦਾ, ਸਹਿਜ ਸੁਭਾਅ ਹੀ ਕਿਰਿਆ ਹੁੰਦੀ ਹੈ। ਬਸ ਇਸੇ ਤਰ੍ਹਾਂ ਇਹ ਵੀ ਕਿਰਿਆ ਹੀ ਹੈ, ਸ਼ਕਤੀ ਦਾ ਹੋਣਾ। ਹਾਂਜੀ, ਸੁਨ ਸ਼੍ਰੀ ਅਮਰਦਾਸ ਕਰ ਬੰਦ। ਕਹਿਓ ਬਚਨ ਸ਼੍ਰੀ ਗੁਰੂ ਮੁਕੰਦ। ਸੁਣ ਕੇ ਬਾਬਾ ਅਮਰਦਾਸ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਨਮਸਕਾਰ ਕੀਤੀ। ਮਹਾਰਾਜ ਨੂੰ ਕਿਹਾ ਸਤ ਬਚਨ ਮਹਾਰਾਜ, ਇਸੇ ਤਰ੍ਹਾਂ ਹੀ ਹੋਏਗਾ। ਹਾਂਜੀ, ਜੋ ਤੁਮ ਕੋ ਭਾਵੈ ਭਲ ਸੋਈ। ਭਾਵੇਂ ਮਨ 'ਚ ਗੁਰੂ ਦੇ ਦਰਸ਼ਨਾਂ ਦਾ ਬੜਾ ਪਿਆਰ ਹੈ, ਪਰ ਪਿਆਰਿਓ ਸਤਿਗੁਰੂ ਦਾ ਬਚਨ ਵੀ ਨਹੀਂ ਛੱਡਣਾ। ਇਸ ਕਰਕੇ ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਕਰਹਿ ਅਪਰ ਸੁਖ ਪਾਏ ਨਾ ਕੋਈ। ਮਹਾਰਾਜ ਮੈਂ ਉਹਦੇ ਤੋਂ ਕਿਵੇਂ ਉਲਟ ਕਰ ਸਕਦਾ ਹਾਂ? ਜੇ ਕੋਈ ਉਵੇਂ ਉਲਟ ਕਰੇ ਤਾਂ ਉਹਨੂੰ ਸੁੱਖ ਕਿਵੇਂ ਮਿਲੇ? ਹਾਂਜੀ, ਅਰ ਮੈਂ ਤੋ ਚਰਨਨ ਕੋ ਦਾਸ। ਮਹਾਰਾਜ ਮੈਂ ਤੇ ਪਹਿਲਾਂ ਹੀ ਤੁਹਾਡੇ ਚਰਨਾਂ ਦਾ ਦਾਸ ਹਾਂ।
ਹਾਂਜੀ ਤ੍ਰਿਪਤੋਂ ਨਹਿ ਤੁਮ ਦਰਸ ਪਿਆਸ। ਮਹਾਰਾਜ ਮੈਨੂੰ ਤੇ ਤੁਹਾਡੇ ਦਰਸ਼ਨਾਂ ਦੀ ਪਿਆਸ ਲੱਗੀ ਰਹਿੰਦੀ ਹੈ। ਤੁਹਾਡੇ ਦਰਸ਼ਨ ਕਰਨ ਤੋਂ ਬਗੈਰ ਮੈਨੂੰ ਤ੍ਰਿਪਤੀ ਨਹੀਂ ਆਉਂਦੀ। ਹਾਂਜੀ ਆਗੈ ਸ਼੍ਰੀ ਸਤਿਗੁਰ ਜੋ ਭਾਵੈ। ਅੱਗੋਂ ਜੋ ਤੁਹਾਨੂੰ ਪਾਉਂਦਾ, ਜਿਵੇਂ ਆਪ ਜੀ ਦਾ ਹੁਕਮ। ਹਾਂਜੀ ਸੋ ਆਛੀ ਹਮ ਕੋ ਬਨ ਆਵੈ। ਮਹਾਰਾਜ ਉਵੇਂ ਹੀ ਸਾਨੂੰ ਚੰਗਾ ਲੱਗਦਾ। ਹਾਂਜੀ ਦੋਹਰਾ ਸੀਖ ਧਾਰ ਉਰ ਦ੍ਰਿੜ ਕਰੀ ਪੁਨ ਆਇਸ ਕੇ ਨਾਲ। ਸੋ ਸੰਗਤ ਜੀ, ਇਹ ਸਿੱਖਿਆ ਮਹਾਰਾਜ ਨੇ ਦ੍ਰਿੜ ਕਰ ਲਈ ਜੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਨੇ। ਸੰਜ ਸਮੈ ਪਾਸ਼ਲ ਪਗਨ ਪਹੁੰਚੇ ਗੋਇੰਦਵਾਲ। ਤੇ ਉਸ ਦਿਨ ਫਿਰ ਸ਼ਾਮਾਂ ਦੇ ਟਾਈਮ ਪਿੱਛੇ ਪੈਰ ਤੁਰਦੇ ਹੋਏ ਗੋਇੰਦਵਾਲ ਪਹੁੰਚ ਗਏ। ਇਹ ਸੀ ਅੱਜ ਦੀ ਕਥਾ। ਸੇਵਾ ਤੇ ਸਿਮਰਨ ਦੀ ਤਾਕਤ। ਸਿਮਰਨ ਕਰਕੇ ਐਨਰਜੀ ਆਉਂਦੀ ਹੈ, ਤਾਕਤ ਆਉਂਦੀ ਹੈ, ਪਰ ਇਹਨੂੰ ਜਰ ਕੇ ਰੱਖਣ ਦਾ ਸਤਿਗੁਰੂ ਦਾ ਹੁਕਮ ਹੈ। ਜਦੋਂ ਬੰਦਾ ਵਿਖਾਉਣ ਲੱਗ ਪਵੇ ਫਿਰ ਸਭ ਕੁਝ ਨਾਸ਼ ਹੋਣ ਲੱਗ ਪੈਂਦਾ ਹੈ। ਆਓ ਬੜੇ ਪਿਆਰ ਨਾਲ 2-4 ਮਿੰਟ ਜਿਹੜਾ ਸਮਾਂ ਰਹਿ ਗਿਆ, ਸਿਮਰਨ ਕਰਕੇ ਗੁਰਮੰਤਰ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗੀਏ। ਕੋਈ ਰਸਨਾ ਵਾਂਝੀ ਨਾ ਰਹੇ। ਇਹ ਲੋਕਡਾਊਨ ਤੋਂ ਬਾਅਦ ਨਾ ਬੜਾ ਚਿਰ ਬਾਅਦ ਇਹ ਸਮਾਂ ਬਣਿਆ, ਸੰਗਤਾਂ ਆਉਣਾ ਸ਼ੁਰੂ ਹੋਈਆਂ। ਤੇ ਪਿਛਲੀਆਂ ਕਸਰਾਂ ਵੀ ਕੱਢਣੀਆਂ ਨੇ ਇਹਦੇ ਆਪਾਂ, ਤੇ ਮਹਾਰਾਜ ਕਿਰਪਾ ਕਰਨ। ਸੱਚੇ ਪਾਤਸ਼ਾਹ ਪਿਆਰ ਨਾਲ ਗੱਜ ਕੇ ਜਪਿਓ ਸਾਰੇ। ਵਾਹਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੀ ਸਾਰੀਆਂ ਸੰਗਤਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀਆਂ ਸੰਗਤਾਂ ਤੇ ਗਰੀਬ ਨਵਾਜ ਕਿਰਪਾ ਕਰਨ। ਸਾਰਿਆਂ ਨੂੰ ਨਾਮ ਜਪਣ ਦਾ, ਸੇਵਾ ਕਰਨ ਦਾ ਬਲ ਗਰੀਬ ਨਵਾਜ ਆਪ ਬਖਸ਼ਿਸ਼ ਕਰਨ। ਸਾਡੀ ਹਾਜ਼ਰੀ ਸਦਾ ਹੀ ਮਹਾਰਾਜ ਆਪਣੇ ਚਰਨਾਂ ਵਿੱਚ ਲਵਾਉਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ।
ਦੋਵੇਂ ਹੱਥ ਜੋੜ ਕੇ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।